ਕਿਹੜਾ ਹੈ ਗੀਤ? सब मुक जाने रोग पुराने, ਰੋਗ ਪੁਰਾਣੇ ਸਭ ਮੁੱਕ ਜਾਣੇ रोग पुराने। ਅਗਲੀ ਗੱਲ ਵੀ ਬੋਲੋ। यीशु मसीह ने जीत जाने, ਹਾਲੇਲੂਇਆ। ਯਿਸੂ ਮਸੀਹ ਨੂੰ ਜੇ ਜਾਣਿਆ ਨਹੀਂ, ਸਾਰੀ ਉਮਰ ਬੈਠੇ ਫਾਇਰ ਫਾਇਰ ਕਰੀ ਜਾਓ, ਫਾਇਰ ਫਾਇਰ ਫਾਇਰ, ਕੁਝ ਵੀ ਨਹੀਂ ਹੋਣਾ। ਇੱਕਦਮ ਮੈਨੂੰ ਫੋਨ ਆਇਆ ਕਿਸੇ ਦਾ, ਕਹਿੰਦੇ ਪਾਠ ਜੀ ਫਾਇਰ ਦੁਆ ਕਰਿਆ ਕਰੋ। ਕਿਹੜੀ ਦੁਆ? ਮੈਂ ਕਹਿੰਦਾ ਇਹਦੇ ਬਾਰੇ ਚ ਪੜ੍ਹੀ ਕਿ ਫਾਇਰ ਨੂੰ। ਹਾਲੇਲੂਇਆ। ਫਾਇਰ ਦੀ ਦੁਆ ਹੁੰਦੀ ਹੈ। ਇਹ ਕਿੰਨਾ ਦੇ ਸ਼ਬਦ ਨੇ? ਇਹ ਮਨੁੱਖਾਂ ਨੇ ਆਪੇ ਬਣਾ ਦਿੱਤੀਆਂ ਗੱਲਾਂ। ਇਹ ਮਨੁੱਖਾਂ ਨੇ, ਇੱਕ ਬੰਦੇ ਨੇ ਗੱਲ ਕਰਤੀ, 36 ਜਣੇ ਉਸੇ ਤਰ੍ਹਾਂ ਲੱਗ ਪਏ ਕਰਨ। ਮੈਂ ਤੁਹਾਨੂੰ ਦੱਸਦਾ ਫਾਇਰ ਆਉਣੀ ਕਿਸ ਤਰ੍ਹਾਂ ਵਾ, ਧਿਆਨ ਦੇਈਏ, ਮੈਂ ਦੱਸੂਗਾ ਉਹ ਵੀ ਕਿਹੜੀ ਫਾਇਰ ਆਉਣੀ ਆ। ਪਤਾ ਨਹੀਂ ਕੌਣ ਹੀ ਕਿਤੇ ਉਹ ਫਾਇਰ ਫਾਇਰ ਕਰੀ ਜਾਵੇ, ਕਹਿੰਦਾ ਸਾੜੀ ਨਾ ਜਾਇਓ ਕਿਤੇ। ਫਾਇਰ ਕਰਦੀ ਕੀ ਆ? ਸਭ ਤੋਂ ਪਹਿਲਾਂ ਮੈਂ ਨਾਮ ਬਾਰੇ ਥੋੜਾ ਦੱਸਣਾ ਚਾਹੁੰਦਾ। ਇੱਕ ਲੂਕਾ ਦੀ ਇੰਜੀਲ ਕਰੀਏ 24 ਅਧਿਆਇ ਉਹਦੀ 47 ਵਚਨ। ਪਹਿਲਾਂ ਮੈਂ ਉਹ ਨਾਮ ਦੱਸਣਾ ਚਾਹੁੰਦਾ ਜਿਹਦੇ ਦੁਆਰਾ ਤੁਹਾਨੂੰ ਬਰਕਤ ਮਿਲਣੀ ਹੈ। ਯਿਸੂ, ਜਿੰਨਾ ਤੁਸੀਂ ਯਿਸੂ ਦਾ ਨਾਮ ਲਓਗੇ, ਯਿਸੂ ਨੂੰ ਜਾਣ ਲਓਗੇ, ਯਿਸੂ ਦੇ ਮਰਜ਼ੀ ਪੂਰੀ ਕਰੋਗੇ, ਯਿਸੂ ਦੇ ਕੰਮ ਕਰੋਗੇ, ਯਿਸੂ ਦੇ ਆਪਣੇ ਆਪ ਨੂੰ ਅਧੀਨ ਕਰ ਦਿਓਗੇ। ਯਿਸੂ ਨਾਮ ਆ ਜਿਹੜਾ ਸਵਰਗ ਤੋਂ ਆਇਆ ਨਾਮ ਆ, ਜਿਹੜਾ ਸਭ ਨਾਮਾਂ ਤੋਂ ਉੱਚਾ ਨਾਮ ਆ, ਜਿਸ ਨੂੰ ਪਰਮੇਸ਼ਵਰ ਨੇ ਉੱਚਾ ਕੀਤਾ ਹੈ। ਪੜ੍ਹੀਏ। ਅਤੇ ਯਰੂਸ਼ਲਮ ਤੋਂ ਲੈ ਕੇ ਯਰੂਸ਼ਲਮ, ਯਿਸੂ ਮਸੀਹ ਨੇ, ਸੁਣੀਏ, ਪਵਿੱਤਰ ਆਤਮਾ ਕਿਉਂ ਦਿੱਤਾ ਗਿਆ? ਖੁਦਾਵੰਦ ਕਹਿੰਦਾ ਕਿ ਤੁਸੀਂ ਪਵਿੱਤਰ ਆਤਮਾ ਪਾਓਗੇ ਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਤੋਂ ਉੱਤੇ ਤੌਬਾ ਔਰ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਕਿਤਨਾ ਕੀਤਾ ਜਾਊਗਾ? ਉਹਦੇ ਨਾਮ ਤੋਂ ਪਾਪ ਮਾਫ ਹੋ ਜਾਣਗੇ। ਫਾਇਰ ਫਾਇਰ ਕਰ ਕਦ ਨਾ ਹੋਣਗੇ? ਯਿਸੂ ਦੇ ਬੋਲੋ ਸਾਰੇ ਖੁੱਲ ਕੇ ਬੋਲੋ, ਡਰਦੇ ਕਿਉਂ ਜੇ? ਉਹ ਤੁਹਾਡੇ ਲੱਗੇ ਫਾਇਰ ਵਾਲਾ ਨਹੀਂ ਬੈਠਾ, ਸ਼ਾਇਦ ਕਹਿੰਦੇ ਹੋ ਕਿ ਫਾਇਰ ਨਾ ਚਲਾ ਦੇ। ਬੋਲੋ ਸਾਰੀ ਹਾਲੇਲੂਇਆ। ਯਿਸੂ ਦੇ ਨਾਮ ਦੇ ਕਾਰਨ ਕੀ ਹੋਏਗਾ? ਪਾਪਾਂ ਦੀ ਮਾਫੀ ਔਰ ਪ੍ਰਚਾਰ ਕੀਤਾ ਜਾਵੇ। ਹੋਰ ਕੀ ਹੈ? ਯਿਸੂ ਦੇ ਨਾਮ ਦਾ, ਉਹ ਤੋਂ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਏਗਾ ਉਹਦਾ। ਔਰ ਚੇਲਿਆਂ ਦੀ ਕਿਤਾਬ ਦੇ ਵਿੱਚ ਸਾਰੇ ਪੜ੍ਹ ਕੇ ਵੇਖ ਲਿਓ, ਸਾਰਾ ਹੀ ਯਿਸੂ ਦਾ ਪ੍ਰਚਾਰ ਹੋਇਆ ਵਾ। ਗਾੜੀ ਖਲੋਤਿਆਂ ਨੂੰ ਇੱਕੋ ਗੱਲ ਕਹੀ ਆ। ਸਟੀਫਨ ਨੇ ਕੀ ਕਿਹਾ ਸੀ? ਉਹਨੇ ਕਿਹਾ ਵੀ ਕਿਸ ਤਰ੍ਹਾਂ ਇਸਰਾਇਲ ਦੇ ਪਰਮੇਸ਼ਵਰ ਨੇ ਕਿਸ ਤਰ੍ਹਾਂ ਸਾਡੇ ਵੱਡੇ ਰਹਿਣਾ ਗੱਲਾਂ ਕੀਤੀਆਂ, ਕਿਸ ਤਰ੍ਹਾਂ ਯਿਸੂ ਮਸੀਹ ਤੱਕ ਲੈ ਕੇ ਆਉਂਦਾ ਸਟੋਰੀ। ਉਹ ਇੱਕ ਅੱਗ ਦੀ ਵੀ ਗੱਲ ਕਰਦਾ ਆ। ਉਹ ਅੱਗ ਦੀ ਇਹ ਗੱਲ ਕਰਦਾ, ਕਹਿੰਦਾ ਕੂਸ਼ ਦੇ ਵਿੱਚ ਲਿਖਿਆ ਆ ਕਿ ਮੂਸਾ ਜਦੋਂ ਪਹਾੜ ਦੇ ਉੱਤੇ ਚੜਨ ਲੱਗਾ ਤੇ ਕੀ ਹੋਇਆ ਸੀ? ਉੱਥੇ ਝਾੜੀ ਨੂੰ ਕੀ ਲੱਗੀ ਆ? ਪਰ ਅੱਗ ਦੀ ਪੂਜਾ ਕਰਨ ਨੂੰ ਨਹੀਂ ਕਿਹਾ, ਅੱਗ ਦਾ ਨਾਮ ਜਪਣ ਨੂੰ ਨਹੀਂ ਕਿਹਾ। ਉੱਥੇ ਅੱਗ ਲੱਗੀ ਸੀ, ਸਾਰਦੀ ਨਹੀਂ ਸੀ ਪਈ। ਖੁਦਾ ਲੋ ਦੇ ਵਿੱਚ ਉਹਦੀ ਬੋਲਿਆ ਹੈ, ਉਹਦੇ ਨਾਲ ਗੱਲਾਂ ਕੀਤੀਆਂ ਖੁਦਾ ਨੇ। ਮੈਂ ਉਹਦੇ ਬਾਰੇ ਚ ਤੁਹਾਨੂੰ ਅਲੱਗ ਡਿਸਕਸ਼ਨ ਦੇਣਾ। ਪ੍ਰਭੂ ਦੇ ਕਲਾਮ ਦੇ ਵਿੱਚ ਲਿਖਿਆ ਆ, ਯੂਹੰਨਾ 13:14 ਵਿੱਚ ਵੀ ਲਿਖਿਆ ਆ, ਯਿਸੂ ਦਾ ਨਾਮ ਲੈ ਕੇ ਜੋ ਮੰਗੋਗੇ ਤੇ ਤੁਹਾਨੂੰ ਦਿੱਤਾ ਜਾਵੇ। ਠੀਕ ਹੈ। ਰਸੂਲਾਂ ਦੇ ਕਰਤੱਵ 3:6 ਵਿੱਚ ਲਿਖਿਆ, ਪਤਰਸ ਨੇ ਕਿਹਾ, ਪੜੋ ਰਸੂਲਾਂ ਦੇ ਕਰਤੱਵ 3:6। ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਹਾਂ। ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਖੁਦਾ ਦੇ ਦਾਸਾਂ ਦੇ ਉੱਤੇ ਇਹਨਾਂ ਚੀਜ਼ਾਂ ਦੀ ਆਸ ਮਤ ਕਰੋ, ਕਿਸੇ ਦੀ ਹੋਰ ਸਰੀਰਕ ਚੀਜ਼ਾਂ ਦੇ ਵਾਸਤੇ ਆਸ ਨਾ ਕਰੋ। ਤੁਸੀਂ ਉਸ ਗੱਲ ਦੀ ਆਸ ਕਰੋ। ਬਾਈਬਲ ਦੇ ਵਿੱਚ ਲਿਖਿਆ ਆ, ਮਲਾਕੀ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਜਿਹੜੇ ਖੁਦਾ ਦੇ ਲੋਕ ਆ ਉਹਨਾਂ ਦੇ ਮੂੰਹ ਤੋਂ ਵਿਵਸਥਾ ਨਿਕਲਣੀ ਚਾਹੀਦੀ ਆ। ਕੀ ਨਿਕਲਣੀ ਚਾਹੀਦੀ ਆ? ਸਾਨੂੰ ਵਿਵਸਥਾ ਲੈਣੀ ਚਾਹੀਦੀ ਉਹਨਾਂ ਤੋਂ, ਨਾ ਕਿ ਕੋਈ ਸਰੀਰਕ ਫਾਇਦੇ ਦੀ ਗੱਲ ਕਰਨੀ ਚਾਹੀਦੀ ਆ। ਔਰ ਖੁਦਾ ਦੇ ਲੋਕਾਂ ਨੂੰ ਵੀ ਜ਼ਿਆਦਾ ਸਰੀਰਕ ਦੇ ਫਾਇਦੇ ਦੀ ਗੱਲ ਨਹੀਂ ਆ। ਰੂਹਾਂ ਨੂੰ ਬਚਾਉਣਾ ਕਿਸ ਤਰ੍ਹਾਂ ਆ, ਉਹਦੇ ਬਾਰੇ ਵਿੱਚ ਧਿਆਨ ਦੇਣ ਦੀ ਲੋੜ ਹੈ। ਹਾਲੇਲੂਇਆ। ਬੋਲੋ ਸਾਰੇ ਹਾਲੇਲੂਇਆ। ਹਾਲੇਲੂਇਆ। ਬਾਈਬਲ ਦੱਸਦੀ ਹੈ, ਪਤਰਸ ਨੇ ਆਖਿਆ ਸੋਨਾ ਚਾਂਦੀ ਨਹੀਂ ਸਾਡੇ ਕੋਲ ਹੈਗਾ, ਪਰ ਸਾਡੇ ਕੋਲ ਜੋ ਕੁਝ ਹੈਗਾ ਤੈਨੂੰ ਦਿੰਦੇ ਆ। ਯਿਸੂ ਨਾਸਰੀ ਦੇ ਨਾਮ ਨਾਲ ਤੁਰ ਫਿਰ। ਯਿਸੂ ਨਾਸਰੀ ਦੇ ਨਾਮ ਦੇ ਨਾਲ ਤੁਰ ਵੀ ਤੇ ਫਿਰ ਵੀ। ਅੱਛਾ 16 ਵੀ ਪੜ੍ਹੋ ਬਾਹਰ। ਇਹੋ ਹੀ ਗਵਾਹੀ ਜਾ ਕੇ ਕੀ ਦਿੰਦੇ ਆ? ਧਿਆਨ ਦੇਈਏ, ਗਵਾਹੀਆਂ ਦੇ ਵਿੱਚ ਵੀ ਕੀ ਕਰਨ ਕਰਕੇ ਕੁਝ ਲੋਕ ਇਕੱਠੇ ਹੋ ਜਾਂਦੇ ਆ। ਸੁਣੀਏ ਧਿਆਨ ਨਾਲ, ਜਦੋਂ ਇਕੱਠੇ ਹੋ ਜਾਂਦੇ ਆ, ਪਤਰਸ ਨੂੰ ਜੇਲ੍ਹ ਚ ਪਾ ਦਿੱਤਾ ਜਾਂਦਾ ਹੈ। ਪਰਮੇਸ਼ਵਰ ਦਾ ਵਚਨ ਕਹਿੰਦਾ ਆ, ਪਤਰਸ ਨੇ ਬਾਅਦ ਚ ਗਵਾਹੀ ਲੋਕਾਂ ਨੂੰ ਵੀ ਦਿੱਤੀ, ਇਸ ਨਾਮ ਦੇ ਕਾਰਨ ਹੀ, ਪੜ੍ਹੀਏ,
ਉਹਦੇ ਨਾਮ ਉੱਤੇ ਨੇਚਾ ਕਰਨ ਕਰਕੇ ਉਹਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਹਨੂੰ ਤੁਸੀਂ ਵੇਖਦੇ ਹੋ ਜਾਣਦੇ ਹੋ ਤਕੜਾ ਕੀਤਾ। ਹਾਲੇਲੂਇਆ। ਸਿਰਫ ਉਸ ਨਾਮ ਨੇ ਹੀ ਕੀ ਕੀਤਾ ਵਾ? ਉਸ ਲੰਗੜੇ ਨੂੰ ਕੀ ਕਰ ਦਿੱਤਾ ਵਾ? ਤਕੜਾ ਕਰ ਦਿੱਤਾ ਹੈ। ਹੋਰ ਕੋਈ ਚੀਜ਼ ਨਹੀਂ ਹੈ ਜਿਹੜੀ ਉਹਨੂੰ ਤਕੜਾ ਕਰ ਸਕੇ। ਉਹ ਆ ਯਿਸੂ ਦਾ ਨਾਮ। ਜੇ ਤੂੰ ਜਾਣੇ ਮਿਟ ਜਾਣਗੇ ਰੋਗ ਪੁਰਾਣੇ। 36 ਸਾਲਾਂ ਦਾ ਲੰਗੜਾ ਸੀ ਜਿਹੜਾ ਚੰਗਾ ਹੋ ਗਿਆ ਸਿਰਫ ਸਹੀ ਤਰੀਕੇ ਨਾਲ ਯਿਸੂ ਨੂੰ ਜਾਣਿਆ, ਸਹੀ ਵਿਸ਼ਵਾਸ ਕੀਤਾ। ਤੁਹਾਨੂੰ ਪਤਾ ਸ਼ੈਤਾਨ ਕੀ ਚਾਹੁੰਦਾ ਆ ਕਿ ਇਸ ਨਾਮ ਨੂੰ ਸੁਣਿਆ ਨਾ ਜਾਏ। 5 ਅਧਿਆਇ ਦੇ ਵਿੱਚ ਵੇਖੀਏ ਰਸੂਲਾਂ ਦੇ ਕਰਤੱਵ ਦੇ ਵਿੱਚ ਹੀ ਉਸੇ ਪਤਰਸ ਨੂੰ ਇੱਕ ਵਾਰੀ ਧਮਕੀ ਦੇ ਕੇ ਉਹਨੂੰ ਕਿਹਾ, 10 ਵਚਨ ਚ ਲਿਖਿਆ ਕਿ ਤੁਹਾਨੂੰ ਮਾਲੂਮ ਹੋਵੇ ਉਹਨਾਂ ਲੋਕਾਂ ਨੂੰ ਸਿੱਖਿਆ ਦੇ ਰਿਹਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਸ ਨਾਮ ਨੂੰ ਜਿਹਨੂੰ ਤੁਸੀਂ ਸਲੀਬ ਦੇ ਉੱਤੇ ਚਾੜ ਦਿੱਤਾ ਤੇ ਮੁਰਦਿਆਂ ਵਿੱਚੋਂ ਉਸ ਨੂੰ ਪਰਮੇਸ਼ਰ ਨੇ ਜਿੰਦਾ ਕੀਤਾ ਤੇ ਤੁਹਾਡੇ ਸਾਹਮਣੇ ਬੰਦਾ ਚੰਗਾ ਭਲਾ ਵਾ। ਉਹਦੀ ਗਵਾਹੀ ਲੈ ਕੇ ਤੇ ਕੀ ਦੱਸਣ ਡਿਆ? ਯਿਸੂ ਦੇ ਬਾਰੇ ਚ। ਹਾਲੇਲੂਇਆ। ਨਾ ਉਹ ਬਿਮਾਰੀ ਇੰਪੋਰਟੈਂਟ ਨਹੀਂ ਕਰ ਰਹੇ, ਬਿਮਾਰੀ ਨੂੰ ਵੱਡਾ ਨਾਮ ਨਹੀਂ ਦੇ ਰਹੇ, ਚੰਗਾ ਕਰਨ ਵਾਲੇ ਨੂੰ ਵੱਡਾ ਨਾਮ ਦੇ ਰਹੇ। ਅੱਜ ਹੁੰਦਾ ਕੀ ਹੈ? ਬਿਮਾਰੀਆਂ ਨੂੰ ਵੱਡਾ ਕੀਤਾ ਜਾ ਰਿਹਾ ਹੈ। ਛੋਟੀਆਂ ਛੋਟੀਆਂ ਫੋਟੋਆਂ ਲਾ ਕੇ ਉਹਨਾਂ ਦੀਆਂ ਟੈਸਟਮਨੀਆਂ ਲਿਖ ਕੇ ਉਹਨਾਂ ਨੂੰ ਵੱਡਾ ਕੀਤਾ ਜਾਂਦਾ ਹੈ। ਬਿਮਾਰੀਆਂ ਨੂੰ ਨਹੀਂ ਵੱਡਾ ਕਰਨਾ, ਜਿਹੜਾ ਪ੍ਰਭੂ ਚੰਗਾ ਕਰਨ ਵਾਲਾ ਉਹਨੂੰ ਵੱਡਾ ਕਰਨਾ ਹੈ। ਬੋਲੋ ਸਾਰੇ ਹਾਲੇਲੂਇਆ। 4 ਦੀ 18 ਵਿੱਚ ਕੀ ਲਿਖਿਆ? ਜਦੋਂ ਉਹਨਾਂ ਨੂੰ ਜੇਲ੍ਹ ਚ ਪਾਇਆ ਸੀ ਤੇ ਦੂਤ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਤੇ ਉਹਨਾਂ ਨੂੰ ਜਦੋਂ ਬਾਹਰ ਕੱਢ ਲਿਆ ਤੇ ਉਹ ਜਾ ਕੇ ਖੁਦਾ ਦੀ ਖੁਸ਼ਖਬਰੀ ਸੁਣਾ ਰਹੇ ਆ। ਤਦ ਉਹਨਾਂ ਨੂੰ ਤਾਕੀਦ ਕੀਤੀ ਕਿ ਭਈ ਕਦੇ ਯਿਸੂ ਦੇ ਨਾਮ ਉੱਤੇ ਨਾ ਕੂਣਾ। ਉਹਨਾਂ ਨੂੰ ਕਿਹਾ ਤੁਸੀਂ ਕਦੇ ਯਿਸੂ ਦੇ ਨਾਮ ਉੱਤੇ ਨਾ ਕੂਣਾ। ਸ਼ੈਤਾਨ ਦੀ ਮਰਜ਼ੀ ਕੀ ਆ? ਬਾਕੀ ਜੋ ਮਰਜ਼ੀ ਕਰੋ। ਸੁਣੀਏ ਧਿਆਨ ਦੇ ਨਾਲ। ਬੈਠੋ ਜਿੱਥੇ ਮਿਲਦੀ ਜਗ੍ਹਾ ਭੈਣ ਜੀ, ਮਗਰੋਂ ਆ ਕੇ ਇਸ ਤਰ੍ਹਾਂ ਬੈਠੋ ਜਿੱਥੇ ਮਿਲਦੀ ਜਗ੍ਹਾ। ਲੇਟ ਆ ਕੇ ਦੂਸਰਾ ਨੂੰ ਡਿਸਟਰਬ ਨਹੀਂ ਕਰਨਾ। ਸੁਣੀਏ ਸ਼ੈਤਾਨ ਦੀ ਮਰਜ਼ੀ ਕੀ ਆ? ਸ਼ੈਤਾਨ ਕਹਿੰਦਾ ਜੀ ਉਹਦੇ ਨਾਂ ਤੇ ਨਾ ਕੂਣਾ। ਮੈਂ ਕਈ ਪਾਸਟਰਾਂ ਨੂੰ ਵੇਖ ਲਿਆ ਜਿਹੜੇ ਸੇਵਕਾਈ ਕਰ ਰਹੇ ਆ। ਮੈਂ ਵੇਖਿਆ ਇੱਕ ਪਾਸਟਰ, ਮੈਂ ਕਿਹਾ ਭਾਜੀ ਦੁਆ ਕਰਾਂਗੇ ਤੁਹਾਡੇ ਨਾਲ, ਸਾਰੀਆਂ ਹੀ ਗੱਲਾਂ ਕਰਕੇ ਇੰਜ ਕਰਦੇ, ਜੇ ਕਰਦੇ, ਫਿਰ ਕਰਦੇ, ਕਹਿੰਦਾ ਆਮੀਨ। ਮੈਂ ਕਿਹਾ ਨਹੀਂ ਯਿਸੂ ਦਾ ਤੇ ਨਾਮ ਹੀ ਨਹੀਂ ਲਿਆ। ਐਂਡ ਦੇ ਉੱਤੇ ਕੀ ਕਹਿਣਾ ਹੁੰਦਾ? ਅਸੀਂ ਜੋ ਮੰਗਿਆ ਕਿਹਦੇ ਨਾਮ 'ਚ ਮੰਗਿਆ? ਤੇ ਯਿਸੂ ਨੇ ਕਿਹਾ ਨਹੀਂ ਆ 14 ਦੇ 13 ਵਚਨ ਪੜ੍ਹ ਕੇ ਵੇਖੋ। ਯਿਸੂ ਕਹਿੰਦਾ ਮੇਰੇ ਨਾਮ 'ਚ ਜੋ ਮੰਗੋਗੇ ਤੇ ਤੁਹਾਨੂੰ ਦਿੱਤਾ ਜਾਏਗਾ। ਬੋਲੋ ਸਾਰੇ ਹਾਲੇਲੂਇਆ। ਤੁਹਾਨੂੰ ਇੱਕ ਨਾਮ ਦੀ ਪਾਵਰ ਦਿੱਤੀ ਗਈ ਆ। ਉਹ ਨਾਮ ਪ੍ਰਭੂ ਯਿਸੂ ਮਸੀਹ। ਬੋਲੀਏ ਹਾਲੇਲੂਇਆ। ਪੜ੍ਹੀਏ 14 ਦੀ 13। ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ। ਯਿਸੂ ਜੀ ਕਹਿ ਰਹੇ ਆ, ਵਾਅਦਾ ਕਰਦੇ ਆ, ਇਹ ਭਵਿੱਖਬਾਣੀ ਕਰਦੇ। ਮੰਗੋਗੇ, ਭਵਿੱਖਬਾਣੀ ਜਿਹੜੇ ਇੱਥੇ ਪੜ੍ਹੇ ਲਿਖੇ ਉਹਨਾਂ ਨੂੰ ਪਤਾ ਭਵਿੱਖ ਦੀ ਬਾਣੀ ਜਿਹੜੀ ਹੁੰਦੀ ਆ ਉਹ ਆਉਣ ਵਾਲੇ ਫਿਊਚਰ ਦੀ ਗੱਲ ਹੁੰਦੀ ਆ। ਗਾ ਗੇ ਗੀ ਜਿੱਥੇ ਲੱਗਦਾ, ਸ਼ੈਲ ਲੱਗਦਾ, ਵਿਲ ਲੱਗਦਾ, ਉਹਨੂੰ ਕਹਿੰਦੇ ਆ ਭਵਿੱਖਬਾਣੀ। ਕਹਿੰਦਾ ਜੇ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਮੈਂ ਸੋ ਹੀ ਕਰਾਂਗਾ। ਮੈਂ ਸੋ ਹੀ ਕਰਾਂਗਾ। ਕਿਹਦੇ ਨਾਮ 'ਚ? ਯਿਸੂ ਮਸੀਹ ਦਾ ਨਾਮ। ਤੁਹਾਡੇ ਕੋਲ ਇੱਕ ਨਾਮ ਆ, ਯਾਦ ਰੱਖੋ, ਭੁੱਲਣਾ ਨਹੀਂ ਕਦੀ ਵੀ। ਬਿਮਾਰ ਹੋ ਜਾਂਦੇ ਆ ਉਸ ਵੇਲੇ ਭੁੱਲ ਨਹੀਂ ਜਾਣਾ ਕਿ ਮੇਰੇ ਕੋਲ ਇੱਕ ਨਾਮ ਹੈ। ਮੈਂ ਤਾਂ ਦਾਦਾ ਕਈ ਵਾਰ ਢਿੱਡ ਪੀੜ ਹੁੰਦੀ, ਘਰ 'ਚ ਜਮੈਣ ਵੀ ਪਈ ਹੁੰਦੀ ਕਿ ਫੱਕਾ ਹੀ ਨਹੀਂ ਮਾਰਦੇ। ਉਹ ਦੂਜਾ ਕੋਈ ਦੱਸਦਾ, ਕਹਿੰਦੇ ਤੁਸੀਂ ਜਮੈਣ ਖਾ ਲੈਣੀ ਮਸ। ਹਾਂ ਭਰ ਪਈ ਹੀ ਪਾਈਆ ਲਿਆ ਕੇ ਰੱਖੀ, ਕਿਉਂਕਿ ਉਹਦੇ ਬਾਰੇ 'ਚ ਸੋਚਿਆ ਹੀ ਨਹੀਂ। ਢਿੱਡ ਪੀੜ 'ਚ ਸਾਰਾ ਉਲਝ ਗਏ। ਕਈ ਵਾਰੀ ਸਾਡੇ ਜੀਵਨ 'ਚ ਇਹੋ ਜਿਹੀਆਂ ਦੁੱਖ ਬਿਮਾਰੀਆਂ ਹੁੰਦੀਆਂ, ਇਨਸਾਨ ਦੁੱਖਾਂ ਤੇ ਜ਼ਿਆਦਾ ਧਿਆਨ ਦੇ ਦਿੰਦਾ। ਉਸ ਪ੍ਰਭੂ ਦੇ ਜਿੰਦੇ ਨਾਮ ਜਿਹੜਾ ਪਾਵਰਫੁਲ ਨਾਮ ਹੈ, ਤੁਹਾਨੂੰ ਕਦੀ ਵੀ ਕੋਈ ਯਾਦ ਨਹੀਂ ਆਉਂਦਾ। ਤੁਹਾਨੂੰ ਉੱਥੇ ਕੋਈ ਇਹੋ ਜਿਹਾ ਪਾਸਟਰ ਨਹੀਂ ਯਾਦ ਹੋਣਾ ਚਾਹੀਦਾ। ਕੋਈ ਸਭ ਤੋਂ ਪਹਿਲਾਂ ਤੁਹਾਨੂੰ ਯਿਸੂ ਦਾ ਨਾਮ ਯਾਦ ਹੋਣਾ ਚਾਹੀਦਾ। ਬੋਲੋ ਸਾਰੇ ਹਾਲੇਲੂਇਆ। ਉਸ ਤੋਂ ਬਾਅਦ ਤੁਸੀਂ ਖੁਦਾ ਦੇ ਸੇਵਕ ਨੂੰ ਵੀ ਬੁਲਾ ਕੇ ਮਹਿਮਾ ਕਰ ਸਕਦੇ ਹੋ। ਪਹਿਲ ਤੁਹਾਡੇ ਜੀਵਨ 'ਚ ਖੁਦਾ ਦੀ ਹੋਣੀ ਚਾਹੀਦੀ ਹੈ। ਬੋਲੀ ਸਾਰੇ ਹਾਲੇਲੂਇਆ। ਵਚਨ 'ਚ ਲਿਖਿਆ, ਉਹਨਾਂ ਆਖਿਆ ਤੁਹਾਨੂੰ ਸਿੱਖਿਆ ਦਿੱਤੀ ਵੀ ਤੁਸੀਂ ਇਸ ਨਾਮ 'ਚ ਕੂਣਾ ਨਹੀਂ ਆ। ਪੜ੍ਹੀਏ ਨਾ ਸਿੱਖਿਆ ਦੇਣੀ, ਨਾ ਸਿੱਖਿਆ ਹੀ ਦੇਣੀ ਆ। ਪਰ ਪਤਰਸ ਅਰ ਯਹੂਨਾ ਨੇ ਉਹਨਾਂ ਨੂੰ ਉੱਤਰ ਦਿੱਤਾ। ਪਤਰਸ ਨੇ ਉੱਤਰ ਦਿੱਤਾ ਕਿ ਪਰਮੇਸ਼ਰ ਦੇ ਅੱਗੇ ਇਹ ਯੋਗ ਹੈ ਜੋ ਅਸੀਂ ਪਰਮੇਸ਼ਰ ਨਾਲੋਂ ਤੁਹਾਡੀ ਬਹੁਤੀ ਸੁਣੀਏ। ਬੋਲੀ ਸਾਰੇ ਹਾਲੇਲੂਇਆ। ਅੱਜ ਕੀ ਹੋ ਰਿਹਾ? ਅੱਜ ਦੁਨੀਆ 'ਚ ਕੀ ਹੋ ਰਿਹਾ?
ਅੱਜ ਬੰਦਿਆਂ ਦੀ ਜ਼ਿਆਦਾ ਸੁਣੀ ਜਾ ਰਹੀ ਆ ਪਰਮੇਸ਼ਵਰ ਦੇ ਨਾਲੋਂ। ਪਰ ਪਤਰਸ ਨੇ ਤੇ ਆਖਿਆ ਕਿ ਤੁਹਾਡੀ ਜ਼ਿਆਦਾ ਸੁਣੀਏ ਪਰਮੇਸ਼ਵਰ ਦੇ ਨਾਲੋਂ। ਕਿਹਦੀ ਸੁਣਨੀ ਚਾਹੀਦੀ ਜ਼ਿਆਦਾ? ਪਰਮੇਸ਼ਵਰ ਦੀ। ਇੱਕ ਹੋਰ 5 ਦੇ ਵਿੱਚ ਵੇਖੀ 28 ਚ ਇੱਥੇ ਵੀ ਉਹਨਾਂ ਨੇ ਕਿਹਾ ਉਹ ਜਿਹੜੀ ਗੱਲ ਫਿਰ ਰਿਪੀਟ ਕਰਦੇ, ਤੁਹਾਨੂੰ ਅਸੀਂ ਅੱਗੇ ਵੀ ਕਿਹਾ ਸੀ ਇਸ ਨਾਮ ਤੇ। ਹਾਂ, ਅਸੀਂ ਤਾਂ ਤੁਹਾਨੂੰ ਤਕੀਦ ਕੀਤੀ, ਅਸੀਂ ਤੇ ਤੁਹਾਨੂੰ ਤਕੀਦ ਕੀਤੀ ਸੀ ਜੋ ਇਸ ਨਾਮ ਦੇ ਉਪਦੇਸ਼ ਨਾ ਕਰਨਾ, ਇਸ ਨਾਮ ਦਾ ਉਪਦੇਸ਼ ਨਹੀਂ ਕਰਨਾ। ਵੇਖੋ ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ। ਹਾਂਜੀ, ਨਾਲੇ ਚਾਹੁੰਦੇ ਹੋ 29 ਵਚਨ ਪੜ੍ਹੀਏ। ਤਦ ਪਤਰਸ ਨੇ ਰਸੂਲਾਂ ਨੇ ਉੱਤਰ ਦਿੱਤਾ, ਤਦ ਪਤਰਸ ਨੇ ਤੇ ਰਸੂਲਾਂ ਨੇ ਉੱਤਰ ਦਿੱਤਾ, ਮਨੁੱਖ ਦੇ ਹੁਕਮ ਨਾਲ ਪਰਮੇਸ਼ਰ ਦੇ ਹੁਕਮ ਮੰਨਣਾ ਜ਼ਰੂਰੀ ਹੈ। ਹਾਲੇਲੂਇਆ। ਕਿਹਦਾ ਹੁਕਮ ਮੰਨਣਾ? ਕਿਹਦਾ ਮੰਨਣਾ ਚਾਹੀਦਾ? ਇੱਥੇ ਤੇ ਬਹੁਤ ਕੁਝ ਹੋਣ ਵਾਲਾ ਜੀ। ਬਾਈਬਲ ਦੱਸਦੀ ਆ ਮੁਰਦਿਆਂ 'ਚ ਜਾਨਾਂ ਪਾ ਦੇਣਗੇ। ਪ੍ਰਕਾਸ਼ ਦੀ ਪੋਥੀ 'ਚ ਵੇਖਿਓ ਵਚਨ 'ਚ ਲਿਖਿਆ ਇਸ ਤਰ੍ਹਾਂ ਦੀ ਸ਼ਕਤੀ ਦੇ ਦਿੱਤੀ ਜਾਣੀ ਆ ਸ਼ੈਤਾਨ ਨੂੰ, ਵਿੱਚ ਥੋੜਾ ਜਿਹਾ ਯਿਸੂ ਦਾ ਨਾਮ ਲਾ ਕੇ ਦੇ ਦੇਣਾ ਆ। ਤੇ ਲੋਕਾਂ ਨੇ, ਜਿਹੜੇ ਲੋਕ ਸਿਰਫ ਚੰਗਾਈਆਂ ਤੱਕ ਸੀਮਿਤ ਨੇ, ਉਹਨਾਂ ਨੇ ਕੀ ਕਰਨਾ ਵਾ? ਉਹਨਾਂ ਨੇ ਉਧਰ ਨੂੰ ਭੱਜ ਉੱਠਣਾ। 1900 ਮੇਰੇ ਖਿਆਲ 92-93 ਦੀ ਗੱਲ ਸੀ। ਇੱਥੇ ਕੋਈ ਕਿਤੇ ਜੀ ਗਣੇਸ਼ ਪੈਦਾ ਹੋ ਗਿਆ, ਪਤਾ ਤੁਹਾਨੂੰ ਬਾਈਪਾਸ ਤੇ? ਜਿਨ੍ਹਾਂ ਦੀ ਉਮਰ 50 ਦੇ ਲੱਗੇ ਉਹਨਾਂ ਨੂੰ ਪੂਰਾ ਪਤਾ। ਭੀੜ ਲੱਗ ਗਈ, ਟੈਂਪੂਆਂ ਦੇ ਟੈਂਪੂ ਭਰ ਕੇ ਬਾਈਪਾਸ ਤੇ ਘੱਟਾ ਬੜਾ ਹੁੰਦਾ ਸੀ ਪੂਰੇ। ਫਿਰ ਹੌਲੀ ਹੌਲੀ ਉੱਥੇ ਰੱਸੀਆਂ ਬੰਨ੍ਹਣੀਆਂ, ਲਾਈਨ ਸਿਰ ਬੜਾ ਸਿਸਟਮ ਬਣਾ ਲਿਆ। ਹੌਲੀ ਹੌਲੀ ਉਹਨਾਂ ਨੇ ਕਈ ਕੁਝ ਕਰ ਲਿਆ। ਉਹਨਾਂ ਨੇ ਬੜਾ ਵਧੀਆ ਤਰੀਕਾ ਬਣਾ ਲਿਆ। ਪੇਟੀਆਂ ਗੱਲੇ ਉਹਨਾਂ ਨੇ ਦਾਨ ਦੀਆਂ ਪੇਟੀਆਂ ਲਾ ਦਿੱਤੀਆਂ, ਲੋਕੀ ਪੈਸਾ ਵੀ ਸੁੱਟਣ। ਜਦੋਂ ਵੇਖਿਆ ਵੀ ਗਵਰਨਮੈਂਟ ਨੇ ਇੱਥੇ ਤਾਂ ਪੈਸਾ ਬੜਾ ਹੋਣ ਲੱਗ ਪਿਆ, ਉਹ ਪਤਾ ਨਹੀਂ 3-4 ਮਹੀਨੇ ਬਾਅਦ ਉਹਨੂੰ ਚੁਕਾਤਾ। ਇੱਥੇ ਬੜਾ ਕੁਛ ਆਏਗਾ, ਬੜਾ ਕੁਛ ਹੋਏਗਾ। ਜਿਹੜੇ ਖੁਦਾਵੰਦ ਦੇ ਲੋਕ ਹੈ ਕਿਤੇ ਨਹੀਂ ਭੱਜਦੇ। ਜਿਨ੍ਹਾਂ ਦਾ ਧਿਆਨ ਉਸ ਈਸ਼ਵਰ ਵੱਲ, ਪ੍ਰਭੂ ਵੱਲ ਆ, ਉਹ ਕਿਤੇ ਨਹੀਂ ਭੱਜਣਗੇ। ਉਹ ਖੋਜ ਕਰਨਗੇ ਪ੍ਰਭੂ ਦੇ ਨਾਮ ਦੀ। ਬੋਲੋ ਸਾਰੇ ਹਾਲੇਲੂਇਆ, ਬੋਲੋ ਸਾਰੇ ਹਾਲੇਲੂਇਆ, ਹਾਲੇਲੂਇਆ। 16 ਦੀ 18 ਵਿੱਚ ਵੀ ਲਿਖਿਆ ਰਸੂਲਾਂ ਦੇ ਕਰਤੱਵ ਦੇ ਵਿੱਚ ਹੀ ਇੱਕ ਬੀਬੀ ਸੀ, ਉਹਦੇ ਵਿੱਚ ਦੁਸ਼ਟ ਆਤਮਾ ਸੀ। ਉਹ ਭੇਤ ਬੁੱਝਦੀ ਸੀ ਔਰ ਬਹੁਤ ਸਾਰੇ ਲੋਕਾਂ ਦੇ ਕੋਲੋਂ ਬਹੁਤ ਕੁਝ ਕਮਾ ਵੀ ਲੈਂਦੀ ਸੀ। ਉਹਦੇ ਮਾਲਕਾਂ ਨੇ ਪਿੱਛੇ ਮਾਲਕ ਸੀਗੇ ਬੈਠੇ, ਪਿੱਛੇ ਕੁਝ ਬੰਦੇ ਬੈਠੇ ਸੀ ਜਿਹੜੇ ਉਹ ਕੰਮ ਕਰਾਉਂਦੇ ਸੀ। ਉਹਨਾਂ ਨੂੰ ਵੀ ਹਿੱਸਾ ਉੱਥੇ ਪਹੁੰਚਦਾ ਸੀ ਵੀ ਤੂੰ ਕਰ, ਅਸੀਂ ਤੇਰੇ ਪਿੱਛੇ ਬੈਠੇ ਆ। ਔਰ ਬਾਈਬਲ ਦੱਸਦੀ ਹੈ ਇੱਕ ਦਿਨ ਪਤਰਸ ਤੇ ਯਹੂਨਾ ਜਾ ਰਹੇ ਆ ਤੇ ਦੁਸ਼ਟ ਆਤਮਾ ਅੰਦਰੋਂ ਕਹਿੰਦੀ ਆ ਇਹ ਲੋਕ ਆਤਮਹਾਨ ਪਰਮੇਸ਼ਵਰ ਦੇ ਦਾਸ ਨੇ, ਤੁਹਾਨੂੰ ਮੁਕਤੀ ਦਾ ਖੁਸ਼ਖਬਰੀ ਰਾਹ ਵੀ ਦੱਸਦੇ ਆ। ਮੁਕਤੀ ਦਾ ਗਲਤ ਨਹੀਂ ਕਹਿੰਦੀ ਦੁਸ਼ਟ ਆਤਮਾ, ਸਹੀ ਕਹਿੰਦੀ ਹੈ। ਸੱਚਮੁੱਚ ਹੀ ਪੌਲਸ ਦੇ ਸਲਾਸ ਜਿਹੜੇ ਸੀ ਉਹ ਮੁਕਤੀ ਦਾ ਰਾਹ ਦੱਸਦੇ ਪਏ ਸੀ ਤੇ ਦੁਸ਼ਟ ਆਤਮਾ ਵੀ ਇਹੋ ਕਹਿੰਦੀ ਹੈ। ਝੂਠ ਨਹੀਂ ਬੋਲਿਆ ਦੁਸ਼ਟ ਆਤਮਾ ਨੇ, ਸੱਚ ਬੋਲਿਆ। ਪਰ ਉਹਦੇ ਪਿੱਛੇ ਪਰਪਸ ਦੇਖੋ ਕੀ ਸੀ। ਉਹਦੇ ਪਿੱਛੇ ਪਰਪਸ ਸੀ ਵੀ ਮੇਰੇ ਤੋਂ ਪ੍ਰਭਾਵਿਤ ਹੋਰ ਹੋ ਜਾ, ਵੀ ਮੈਂ ਬੜਾ ਕੁਝ ਜਾਣਦਾ। ਬੋਲੋ ਸਾਰੇ ਹਾਲੇਲੂਇਆ। ਇੱਕ ਦਿਨ ਪੌਲਸ ਨੇ ਖਿੱਚ ਗਿਆ, ਪੌਲਸ ਨੂੰ ਗੁੱਸਾ ਆਇਆ। ਉਹਨੇ ਕੀ ਕਿਹਾ? ਪੜੋ 18 ਵਚਨ। ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ, ਜੋ ਇਹਦੇ ਵਿੱਚੋਂ ਨਿਕਲ ਜਾ। ਨਿਕਲ ਜਾ। ਅਤੇ ਉਹ ਉਸੇ ਘੜੀ ਨਿਕਲ ਗਈ। ਓ ਪ੍ਰੇਜ਼ ਗॉड। ਇੰਨੀ ਸਾਮਰਥ ਹੈ ਉਹਦੇ ਨਾਮ ਵਿੱਚ। ਉਸੇ ਘੜੀ ਨਿਕਲ ਗਈ ਉਹ ਦੁਸ਼ਟ ਆਤਮਾ ਦੇ ਵਿੱਚੋਂ। ਬੋਲੀਏ ਸਾਰੇ ਹਾਲੇਲੂਇਆ, ਹਾਲੇਲੂਇਆ। ਆइए ਅਸੀਂ ਥੋੜਾ ਜਿਹਾ ਅੱਗ ਦੇ ਬਾਰੇ ਵੀ ਦੇਖੀਏ। ਬੜਾ ਰੌਲਾ ਪੈ ਰਿਹਾ ਅੱਗ ਦਾ ਵੀ, ਬੜੀ ਫਾਇਰ ਹੋ ਰਹੀ ਦੁਨੀਆ ਦੇ ਵਿੱਚ। ਬਾਈਬਲ ਨੇ ਹਮੇਸ਼ਾ ਕਿਹਾ ਯਿਸੂ ਦੇ ਨਾਮ ਵਿੱਚ ਬੋਲਣਾ, ਯਿਸੂ ਦੇ ਨਾਮ ਵਿੱਚ ਕੂਣਾ, ਯਿਸੂ ਦੇ ਨਾਮ ਵਿੱਚ ਕਮਾਂਡ ਕਰਨੀ ਆ। ਯਿਸੂ ਦਾ ਨਾਮ ਸਭ ਤੋਂ ਮਹਾਨ ਆ। ਬਾਈਬਲ ਦਾ ਹੀਰੋ ਕੌਣ ਆ? ਬੋਲੀਏ, ਬਾਈਬਲ ਦਾ ਹੀਰੋ ਕੌਣ ਆ? ਅੱਜ ਲੋਕਾਂ ਨੇ ਬਾਈਬਲ ਨੂੰ ਛੱਡ ਕੇ ਹੋਰ ਹੀ ਹੀਰੋ ਬਣਾ ਲਏ ਨੇ ਬੜੇ। ਖੁਦਾ ਦੇ ਲੋਕੋ ਬਾਈਬਲ ਕੀ ਦੱਸਦੀ ਹੈ? ਮੈਂ ਇੱਕ ਫਾਇਰ ਦੇ ਬਾਰੇ ਚ ਗੱਲ ਕਰਨੀ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਅੱਗ ਦੇ ਬਾਰੇ ਚ ਸਾਨੂੰ ਪਤਾ ਹੋਣਾ ਚਾਹੀਦਾ ਹੈ। ਅੱਗ ਕੀ ਕਰਦੀ ਆ? ਪਹਿਲੇ ਅੱਗ ਦੇ ਬਾਰੇ, ਦੁਨਿਆਵੀ ਅੱਗ ਦੀ ਗੱਲ ਕਰ ਲਈਏ। ਮੈਂ ਵੇਖਿਆ ਵਾ ਇੱਥੇ ਕੋਈ ਤਾਂਬਾ ਕੱਢਣ ਡਿਆ ਸੀ ਤਾਰਾਂ ਦੇ ਵਿੱਚੋਂ ਤੇ ਉਹਨੇ ਕੀ ਕਰ ਦਿੱਤੀ? ਉਹਨੂੰ ਅੱਗ ਲਾਤੀ ਤਾਰ ਨੂੰ। ਉਹਦਾ ਤੇ ਫਾਇਦਾ ਹੋਇਆ, ਪਰ ਬਹੁਤ ਸਾਰਿਆਂ ਨੂੰ ਪਤਾ ਨਹੀਂ, ਕਈਆਂ ਨੂੰ ਛਾਤੀ ਦਾ ਨੁਕਸ ਪੈ ਜਾਣਾ, ਸਾਹ ਲਏਗਾ। ਉਹਨੇ ਅੱਗ ਨੇ ਕੀਤਾ ਕਿ ਕੈਮੀਕਲ ਵਾਲੀਆਂ ਚੀਜ਼ਾਂ ਨੂੰ ਕੀ ਕਰ ਦਿੱਤਾ? ਬੜੀਆਂ ਸਟਰੋਂਗ ਚੀਜ਼ਾਂ ਨੂੰ ਵੀ ਨਾਸ਼ ਕਰ ਦਿਆ।
ਅੱਗ ਹੋਰ ਕੀ ਕਰਦੀ ਆ? ਮੈਲ ਕੁਚੈਲ ਨੂੰ ਦੂਰ ਕਰਦੀ ਆ। ਅੱਗ 'ਚ ਹੋਰ ਵੀ ਇੱਕ ਚੀਜ਼ ਆ, ਰੋਸ਼ਨੀ ਹੁੰਦੀ ਆ, ਰੋਸ਼ਨ ਵੀ ਕਰਦੀ ਆ ਅੱਗ। और सब तो पहला इसकी स्टडी होनी चाहिए भी आग की आग की वर्शिप नहीं करनी। मूसा ने आग के नाल नहीं गल की, मूसा ने गल की खुदा नाल। ਉਹਨੇ ਕੀ ਵੇਖਿਆ ਕਾ ਤੂੰ ਨਜ਼ਾਰਾ ਵੇਖਿਆ ਕੁਝ ਦੇ ਵਿੱਚ ਲਿਖਿਆ ਵਾ ਉਸ ਦੀ 3 ਅਧਿਆਇ ਦੇ ਵਿੱਚ ਹੈ ਉਹਦੀ 2 ਵਚਨ ਚ ਕਹਿੰਦਾ ਉਹ ਜਦੋਂ ਮੈਂ ਭੇਡਾਂ ਬੱਕਰੀਆਂ ਚਾਰ ਰਿਹਾ ਸੀ ਔਰ ਉਹ ਪਹਾੜ ਸਨਈ ਦੇ ਉੱਤੇ ਜਾਂਦਾ ਆ ਔਰ ਉਸ ਨੂੰ ਉਸ ਜਗ੍ਹਾ ਦੇ ਉੱਤੇ ਇੱਕ ਅਦਭੁਤ ਨਜ਼ਾਰਾ ਵੇਖਦਾ ਵੀ ਅੱਗ ਲੱਗੀ ਆ ਪਰ ਸਾੜਦੀ ਨਹੀਂ ਕੁਝ ਵੀ। ਇੱਕ ਉਹ ਆ ਗਿਆ ਜਿਹੜੀ ਸਾੜਦੀ ਨਹੀਂ। ਸਦਰ ਕਮੇਸ਼ਕ ਅਬਦੁਲਗੋ ਬਾਦੀ ਭੱਠੀ 'ਚ ਸੁੱਟੇ ਗਏ ਪਰ ਉਹ ਕਾਇਮ ਲੋਕ ਸੀ। ਸੁਣੀਏ ਉਹਦੇ ਖੁਦਾ ਦੇ ਵਿੱਚ ਬੜੇ ਮਸਹਬ ਕੀਤੇ ਹੋਏ ਲੋਕ ਸੀ। ਅੱਗ 'ਚ ਉਹਨਾਂ ਨੂੰ ਸੁੱਟਿਆ ਗਿਆ, ਮੱਥਾ ਨਹੀਂ ਟੇਕਿਆ, ਉਹਨਾਂ ਝੁਕੇ ਨਹੀਂ, ਸੁੱਟਿਆ ਗਿਆ। ਉਹ ਵਿੱਚ ਬੰਨ ਕੇ ਸੁੱਟੇ ਸੀ ਤੇ ਖੁੱਲੇ ਤੁਰਦੇ ਫਿਰਦੇ ਵੇਖਿਆ। ਉਸ ਅੱਗ ਨੇ ਕੀ ਕੀਤਾ? ਉਹਨਾਂ ਦੇ ਬੰਧਨ ਕੀ ਕਰ ਦਿੱਤੇ? ਤੋੜ ਦਿੱਤੇ। ਬੋਲੀਏ ਸਾਰੇ ਹਾਲੇਲੂਇਆ। ਉਹ ਅੱਗ ਨੇ ਕੀ ਕੀਤਾ? ਉਹਨਾਂ ਨੂੰ ਨਹੀਂ ਸਾੜਿਆ, ਬੰਧਨ ਉਹਨਾਂ ਦੇ ਖੁੱਲ ਗਏ। ਪਰ ਉਹਨੇ ਇਹ ਨਹੀਂ ਆਖਿਆ ਅੱਗ 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 ਫਾਇਰ ਫਾਇਰ ਨਹੀਂ ਕੀਤਾ। ਉਹਦੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ, ਉਹਦੇ ਪਰਮੇਸ਼ਵਰ ਦੇ ਨਾਮ ਵਿੱਚ ਬੈਠੇ ਸੀ ਔਰ ਉਹਦੇ ਵਿੱਚ ਕਾਇਮ ਸੀ, ਉਹਦੇ ਹੁਕਮਾਂ ਵਿੱਚ। ਸਾਰੀ ਬਾਬਲ ਦੇ ਮੈਦਾਨ ਵਿੱਚ ਸਾਰੇ ਮੁੱਦੇ ਲੰਮੇ ਪੈ ਗਏ। ਤਿੰਨੇ ਵਿੱਚ ਖੜੇ ਕਰੋੜਾਂ ਲੱਖਾਂ ਦੁਨੀਆ ਉੱਥੇ ਲੰਮੇ। ਉਹਦੀ ਫੋਟੋ ਤੁਸੀਂ ਦੇਖੋ YouTube ਤੇ ਮਿਲੇਗੀ। ਉਹ ਤਿੰਨੇ ਵਿੱਚ ਵੱਖਰੇ ਲੱਭਦੇ ਪਰ ਖੁਦਾ ਨੇ ਉਹਨਾਂ ਨੂੰ ਅੱਗ ਦੇ ਵਿੱਚੋਂ ਬਾਹਰ ਕੱਢਿਆ। ਖੁਦਾ ਅੱਗ ਦੇ ਵਿੱਚੋਂ ਗੱਲ ਕਰਦਾ ਹੈ। ਬਾਈਬਲ ਦੇ ਵਿੱਚੋਂ ਕੁਝ ਵਚਨਾਂ ਨੂੰ ਪੜਾਂਗੇ ਪਰ ਯਾਦ ਰੱਖੇ, ਮਤ ਸੋਚੋ ਕਿ ਰੱਬ ਜਿਹੜਾ ਵਾ ਖੁਦਾ ਜਿਹੜਾ ਵਾ ਅੱਗ ਦੇ ਵਿੱਚ ਆ। ਸੁਣੀਏ, ਅੱਗ ਦੇ ਵਿੱਚ ਨਹੀਂ ਖੁਦਾ। ਇੱਕ ਪਹਿਲਾ ਰਾਜਾ ਉਹਦੀ 19 ਅਧਿਆਇ ਦੀ 12 ਵਿੱਚ ਪੜੀਏ ਜਲਦੀ। ਪਹਿਲਾ ਰਾਜਾ 19 ਅਧਿਆਇ 11 ਵਿੱਚ 12 ਵਿੱਚ ਉੱਥੇ ਕੀ ਹੁੰਦਾ ਆ? ਏਲੀਆ ਨੂੰ ਖੁਦਾ ਨੇ ਉਠਾ ਲੈਣਾ ਸੀਗਾ ਸਵਰਗ ਵਿੱਚ ਔਰ ਐਲੀਸ਼ਾ ਨੂੰ ਨਾਲ ਲੈ ਕੇ ਤੁਰਿਆ ਜਾਂਦਾ ਹੈ। ਉੱਥੇ ਕੀ ਕੀ ਹੋਇਆ? ਪੜੀਏ। ਤਾਂ ਉਸ ਆਖਿਆ ਅੱਗੇ ਜਾ ਅਤੇ ਯਹੋਵਾ ਦੇ ਸਨਮੁਖ ਪਰਬਤ ਉੱਤੇ ਖਲੋ ਜਾ। ਤੂੰ ਪਰਬਤ ਦੇ ਉੱਤੇ ਖਲੋ ਜਾਣਾ ਵਾ। ਤਾਂ ਵੇਖੋ ਯਹੋਵਾ ਲੰਘਿਆ ਅਤੇ ਇੱਕ ਵੱਡੀ ਤੇ ਜ਼ੋਰ ਦੀ ਹਨੇਰੀ ਨਾਲ ਪਹਾੜ ਸੁੱਟੇ। ਕੀ ਕੀਤਾ? ਬੜੀ ਹਨੇਰੀ ਵਗੀ। ਖੁਦਾ ਦੇ ਆਉਣ ਤੋਂ ਪਹਿਲਾਂ ਹਨੇਰੀ ਵਗੀ। ਹਨੇਰੀ ਇਸ ਤਰ੍ਹਾਂ ਦੀ ਸੀ, ਪਹਾੜ ਵੀ ਜਿਹੜੇ ਆ ਪਾੜ ਦਿੱਤੇ। ਪਹਾੜ ਪਾੜਨਾ ਕਿਤੇ ਛੋਟੀ ਗੱਲ ਨਹੀਂ ਆ। ਪਹਾੜਾਂ ਨੂੰ ਕੌਣ ਪਾੜ ਸਕਦਾ ਹੈ? ਬਾਈਬਲ 'ਚ ਲਿਖਿਆ ਆ ਜੇ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਜਿੰਨਾ ਵਾ ਤੇ ਪੱਥਰ ਨੂੰ ਵੀ ਕਹੋਗੇ ਹਟ ਜਾਏਗਾ ਤੇ ਹਟ ਬਹੁਤ ਸਾਰੇ ਹਟ। ਉਹ ਤੁਹਾਡਾ ਈਮਾਨ। ਮੈਂ ਤੁਹਾਨੂੰ ਇੱਕ ਹੋਰ ਈਮਾਨ ਦੀ ਗੱਲ ਦੱਸਦਾ। ਮੈਂ ਇੱਕ ਘਰ ਦੇ ਵਿੱਚ ਇੱਕ ਬੀਬੀ ਨਾਲ ਗੱਲ ਕਰ ਰਿਹਾ ਸੀ, ਬਿਲੋਂਗ ਟੂ ਹਿੰਦੂ ਫੈਮਿਲੀ। ਕਹਿੰਦੀ ਕੋਈ ਗੱਲ ਕਰ ਰਹੀ ਸੀ ਵਚਨ ਦੀ ਤੇ ਕਹਿੰਦੀ ਮਾਨੋ तो पत्थर मानो तो भगवान मानो तो। मैं कहा बाइबल का विश्वास नहीं, बाइबल का विश्वास ही नहीं है। ये तो है ਜਿਹੜੇ ਲੋਕ ਪ੍ਰਭੂ ਤੋਂ ਦੂਰ ਨੇ ਉਹਨਾਂ ਦਾ ਵਿਸ਼ਵਾਸ ਹੈ ਤੇ ਭਾਵੇਂ ਪੱਥਰ ਨੂੰ ਰੱਬ ਮੰਨ ਲਓ, ਪੱਥਰ ਰੱਬ ਨਹੀਂ ਬਣ ਸਕਦਾ। ਅੱਜ ਕੱਲ ਇੱਕ ਗੀਤ ਹੋਰ ਆ ਗਿਆ ਨਵਾਂ ਹੀ, ਬਹੁਤ ਵਧੀਆ। ਉਸ ਗੀਤ 'ਚ ਕਿਹਾ ਆ ਵੀ ਆਪਣੇ ਆਪ ਨੂੰ ਪਹਿਲਾਂ ਪੱਥਰ ਨੂੰ ਪੂਜਣ ਤੋਂ ਪਹਿਲਾਂ ਆਪਣੇ ਆਪ ਨੂੰ ਕੀ ਕਰ ਲੈ? ਪਹਿਚਾਨ ਲੈ। ਤੂੰ ਜਿਉਂਦਾ ਆ ਤੇ ਉਹ ਜਿਹੜਾ ਵਾ ਬੇਜਾਨ ਹੈ। ਇੰਨਾ ਸ਼ਾਨਦਾਰ ਗਾਣਾ ਟੱਪਾ ਜੀ ਕੋਈ ਆਇਆ, ਪਤਾ ਨਹੀਂ ਪੂਰਾ ਦਸੰਬਰ ਚ ਗੀਤ ਰਿਲੀਜ਼ ਹੋ ਰਿਹਾ ਔਰ ਆਮ ਹੈ ਦੂਜਾ ਬਾਲੀਵੁੱਡ ਦਾ ਹੀ ਹੈ ਪਰ ਗਾਣੇ ਦੇ ਵਿੱਚ ਦਮ ਸੀ। ਸਭ ਤੋਂ ਪਹਿਲਾਂ ਬੰਦੇ ਨੂੰ ਆਖਿਆ ਤੂੰ ਆਪਣੇ ਆਪ ਨੂੰ ਪਹਿਚਾਨ, ਤੂੰ ਤੇ ਜੀਵਤ ਆ ਤੇ ਮੂਰਤੀਆਂ ਦੀ ਆਰਾਧਨਾ ਕਰਦਾ। ਹਾਲੇਲੂਇਆ, ਬੋਲੋ ਸਾਰੇ ਹਾਲੇਲੂਇਆ। ਬਾਈਬਲ ਦੇ ਵਿੱਚ ਖੁਦਾ ਦੇ ਕਲਾਮ 'ਚ ਲਿਖਿਆ ਕਿ ਬਹੁਤ ਜ਼ੋਰ ਦੀ ਹਨੇਰੀ ਜਦੋਂ ਵਗੀ ਇਹ ਪੱਥਰ ਵੀ ਜਿਹੜੇ ਸੀ ਪਾੜ ਇੰਨੀ ਜ਼ੋਰ ਨਾਲ। ਸੁਣੀਏ, ਅਤੇ ਯਹੋਵਾ ਨੇ ਅੱਗੇ ਚਟਾਨਾਂ ਨੂੰ ਚੂਰ-ਚੂਰ ਕਰ ਦਿੱਤਾ। ਚਟਾਨਾਂ ਵੀ ਚੂਰ-ਚੂਰ ਹੋ ਗਈਆਂ। ਪਰ ਯਹੋਵਾ ਹਨੇਰੀ ਵਿੱਚ ਨਹੀਂ ਸੀ। ਉਸ ਹਨੇਰੀ ਵਿੱਚ ਨਹੀਂ ਸੀ ਯਹੋਵਾ। ਤਾਂ ਹਨੇਰੀ ਪਿੱਛੋਂ ਭੁਚਾਲ ਆਇਆ। ਹਾਂ, ਪਰ ਯਹੋਵਾ ਭੁਚਾਲ ਵਿੱਚ ਵੀ ਨਹੀਂ ਸੀ। ਤੇ ਖੁਦਾ ਭੁਚਾਲ ਵਿੱਚ ਵੀ ਨਹੀਂ। ਬੋਲੋ ਹੁਣ ਤੀਸਰੀ ਗੱਲ। ਤਾਂ ਭੁਚਾਲ ਦੇ ਪਿੱਛੋਂ ਅੱਗ ਆਈ। ਭੁਚਾਲ ਦੇ ਪਿੱਛੋਂ ਅੱਗ ਆਈ। ਪਰ ਯਹੋਵਾ ਅੱਗ ਦੇ ਵਿੱਚ ਵੀ ਨਹੀਂ ਸੀ। ਓਏ ਹੋਏ
ਕਿੱਥੇ ਆ ਖੁਦਾ? ਅੱਗ ਵਿੱਚ ਵੀ ਨਹੀਂ ਆ। ਤਾਂ ਅੱਗ ਤੂਫਾਨ ਵਿੱਚ- ਸੁਣੀ ਅੱਜ ਕੀ ਹੋ ਰਿਹਾ ਹੈ? ਸੋਚ ਰਹੇ ਵੀ ਸਟੇਜ ਦੇ ਉੱਤੇ ਖੰਭਾ ਆਦੀਏ ਫੜ ਕੇ ਤੂਫਾਨਾਂ ਵਾਂਗੂ ਆ ਜਿਹੜੀਆਂ ਟਾਇਲਾਂ ਲੱਗੀਆਂ ਵੀ ਕਰੈਕ ਹੋ ਜਾਣਾ ਇੰਨਾ ਭੁੱਟ ਕੇ। ਖੁਦਾ ਉੱਥੇ ਵੀ ਨਹੀਂ, ਤੂਫਾਨਾਂ ਵਿੱਚ ਵੀ ਨਹੀਂ। ਇੱਕ ਗੱਲ ਹੋਰ ਵੇਖਿਓ ਤੁਸੀਂ, ਪਹਿਲਾ ਕੁਰਿੰਥੀਆਂ ਉਹਦੀ 13 ਅਧਿਆਇ 33 ਵਚਨ ਸੁਣੀ। ਤੇ ਖੁਦਾ ਕਿੱਥੇ ਹੈ? ਖੁਦਾ ਦੇ ਸ਼ਾਂਤੀ ਚ, ਖੁਦਾ ਦੇ ਗੰਭੀਰਤਾ ਦੇ ਨਾਲ ਤੁਸੀਂ ਪ੍ਰਭੂ ਦੇ ਅੱਗੇ ਜਦੋਂ ਬੈਠ ਜਾਂਦੇ ਜੇ, ਖੁਦਾ ਤੁਹਾਡੇ ਵਿਚਕਾਰ ਹੁੰਦਾ ਹੈ। ਖੁਦਾ ਭੀੜਾਂ ਚ ਵੀ ਨਹੀਂ ਹੈ। ਬਾਈਬਲ ਚ ਲਿਖਿਆ ਭੀੜਾਂ ਦੇ ਵਿੱਚ ਖੁਦਾ ਨਹੀਂ ਹੈ। ਬਾਈਬਲ ਦੇ ਵਿੱਚ ਤੇ ਲਿਖਿਆ ਜਿੱਥੇ 2 ਜਾਂ 3 ਜਣੇ ਵੀ ਮੇਰੇ ਨਾਮ ਚ ਚੁਣਗੇ ਉੱਥੇ ਕੀ ਹੋਣਾ? ਖੁਦਾ ਕਹਿੰਦਾ ਮੈਂ ਹਾਜ਼ਰ ਹਾਂ। ਪਰ ਮੇਰੇ ਨਾਮ ਚ ਸਵਾਲ ਇਹ ਗੱਲ ਨੂੰ ਯਾਦ ਭੁੱਲਣਾ ਨਹੀਂ ਕਦੀ। ਉਹਦਾ ਨਾਮ ਹੀ ਨਾ ਹੋਵੇ ਉੱਥੇ, ਉਹਦੇ ਨਾਮ ਤੋਂ ਵੱਖਰੇ ਤੁਰੇ ਫਿਰਦੇ ਹੀ ਪਹਿਲੇ ਉਹਦਾ ਨਾਮ ਵਿੱਚ ਹੋਣਾ। ਉਹਦੇ ਨਾਮ ਦੇ ਕਾਰਨ ਜੋ ਕੁਝ ਕਰਾਂਗੇ ਤਦ ਸਫਲ ਹੋਵਾਂਗੇ। ਪਹਿਲਾ ਕੁਰਿੰਥੀਆਂ ਕਿਉਂਕਿ ਪਰਮੇਸ਼ਰ ਕਮਸਾਨ ਦਾ ਨਹੀਂ, ਹਾਂ 14 ਸਗੋਂ ਦੀ ਸ਼ਾਂਤੀ ਦਾ ਹੈ। ਕਮਸਾਨ ਦਾ ਨਹੀਂ ਪ੍ਰਭੂ, ਕਾਹਦਾ ਹੈ ਪ੍ਰਭੂ? ਸ਼ਾਂਤੀ ਦਾ। ਹਾਂ ਸੁਣੀ, ਜਿਸ ਤਰ੍ਹਾਂ ਦਾ ਬੰਦਾ ਗਿੱਝ ਜਾਂਦਾ ਹੈ ਉਸ ਤਰ੍ਹਾਂ ਦਾ ਗਿੱਝਿਆ ਰਹਿ ਜਾਂਦਾ ਹੈ। ਇੱਕ ਭੈਣ ਸੀ, ਸ਼ਾਇਦ ਇੱਥੇ ਬੈਠੇ ਹੋਏ, ਮੈਂ ਨਹੀਂ ਜਾਣਦਾ, ਬਟ ਮੈਂ ਉਹਨਾਂ ਦੇ ਘਰ ਗਿਆ ਤੇ ਬੈਠੇ ਆਪਾਂ ਪ੍ਰਭੂ ਦੇ ਵਚਨ ਦੀਆਂ ਗੱਲਾਂ ਕੀਤੀਆਂ। ਕਹਿੰਦੇ ਪਾਸਟਰ ਜੀ ਤੁਹਾਡੀ ਕਲੀਸਿਆ ਨੂੰ ਕਹਿੰਦੇ ਉਹ ਠੰਡੀ ਕਲੀਸਿਆ। ਕਿਹੜੀ ਕਲੀਸਿਆ? ਅਸੀਂ ਕਿਹੜੀ ਕਲੀਸਿਆ? ਕਿਉਂਕਿ ਅਸੀਂ ਨੱਚਣ ਨਹੀਂ ਡਏ ਨਾ। ਅਸੀਂ ਕੰਨ ਪਾੜਨ ਵਾਲਾ ਡੀਜੇ ਨਹੀਂ ਨਾ ਲਾਇਆ ਲਾਗੇ। ਅਸੀਂ ਯਿਸੂ ਮਸੀਹ ਤੋਂ ਵਚਨ ਚੋਂ ਬੋਲਦੇ ਆ ਨਾ। ਵਚਨ ਤੋਂ ਬਗੈਰ ਮੈਂ ਭੁੜਕੀ ਬੋਲੀ ਜਾਵਾਂ ਜੋ ਵੀ ਤੁਹਾਨੂੰ ਪੜਦਾ ਮੈਂ ਤੁਹਾਨੂੰ ਆ ਮਿਲ ਜੇ ਤੁਹਾਨੂੰ ਆ ਜੋ ਅੱਜ ਤੁਸੀਂ ਬਿਮਾਰੀਆਂ ਤੋਂ ਹੀਲ ਹੋ ਜਾਓਗੇ, ਅੱਜ ਹੋ ਹੀ ਜਾਣਾ ਤੁਸੀਂ। ਹੁਣ ਪੈਸੇ ਕੱਢੋ ਸਾਰੇ 100 ਰੁਪਏ। ਫੇਰ ਬੜੇ ਲੋਕੀ ਖੁਸ਼। 1500 ਰੁਪਇਆ ਮੀਟਿੰਗ ਦਾ ਲੱਗੂ। 1500 ਸੌਰੀ ਥੋੜੇ ਕਹਿੰਦੇ 15000 ਬੜੇ ਖੁਸ਼। ਤੁਹਾਡੇ ਘਰ ਭੂਤ ਆ? ਯਿਸੂ ਦਾ ਨਾਮ ਕਿੱਥੇ ਗਿਆ? ਤੁਹਾਨੂੰ ਕਿਹੜੇ ਕੰਮ ਨਹੀਂ ਸੱਦਿਆ? ਤੁਸੀਂ ਦੱਸਣ ਕੀ ਡੇ? ਭੂਤ ਕਹਿੰਦੇ ਪਿੱਛੇ ਨਹੀਂ ਆ। ਸਭ ਤੋਂ ਵੱਡਾ ਭੂਤ ਤੇ ਇਮਾਨਦਾਰਾਂ ਦੇ ਪਿੱਛੇ ਲੱਗਾ ਰਹਿੰਦਾ। ਇਹ ਉਹਨਾਂ ਨੂੰ ਨਾਸ਼ ਕਰੇ, ਬਰਬਾਦ ਕਰੇ। ਬਾਈਬਲ ਦੱਸਦੀ ਹੈ ਵਿਸ਼ਵਾਸੀਆਂ ਪਿੱਛੇ ਲੱਗਾ ਰਹਿੰਦਾ। ਪਰ ਖੁਦਾ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਰਹੋਗੇ ਤੇ ਮੈਂ ਤੁਹਾਡੇ ਵਿੱਚ, ਫਿਰ ਤੁਸੀਂ ਸਫਲ ਹੋ ਜਾਓਗੇ। ਉਹਦਾ ਤਾਂ ਕੰਮ ਹੀ ਲੱਗਣਾ, ਸ਼ੈਤਾਨ ਦਾ ਕੰਮ ਹੀ ਲੱਗਣਾ। ਦੂਜਿਆਂ ਦੀ ਥੋੜਾ ਉਹਨਾਂ ਨੂੰ ਹੋਰ ਢੰਗ ਨਾਲ ਆਇਆ ਆ, ਸਾਡੇ ਪਿੱਛੇ ਹੋਰ ਢੰਗ ਨਾਲ ਲੱਗਾ ਹੁੰਦਾ। ਉਹਨਾਂ ਨੂੰ ਥੋੜਾ ਪ੍ਰਤੱਖ ਹੋ ਜਾਂਦਾ ਆ। ਪ੍ਰਤੱਖ ਕਿਸ ਤਰ੍ਹਾਂ ਹੋ ਜਾਂਦਾ ਹੈ? ਕੋਈ ਨਸ਼ਾ ਪੀਂਦਾ ਜ਼ਿਆਦਾ, ਅਸੀਂ ਉਹ ਤੋਂ ਬੁਰਾ ਬਣਾਉਣ ਲੱਗ ਉਹਦਾ ਦਿਖਣ ਡਿਆ ਵਾ, ਤੁਹਾਡਾ ਦਿਖਦਾ ਨਹੀਂ। ਜਿੰਨਾ ਇਮਾਨਦਾਰ ਵਧੀਆ ਤਰੀਕੇ ਨਾਲ ਪਾਪ ਕਰ ਸਕਦਾ, ਉਹਨਾਂ ਕੋਈ ਵੀ ਨਹੀਂ ਕਰ ਸਕਦਾ। ਚਰਚ ਦੇ ਵਿੱਚ ਤੇ ਸਾਰੇ ਹੁਣੇ ਦੁਆ ਕਰਨਗੇ, ਸਾਰੇ ਭਗਤ ਬਣ ਜਾਣਾ। ਪਤਾ ਤੇ ਬਾਹਰ ਤੱਕਣਾ ਜਦੋਂ ਕਹਿੰਦੇ ਸਕੂਟਰ ਦੇ ਨਾਲ ਸਾਡਾ ਸਾਈਕਲ ਵੱਜ ਗਿਆ। ਬਣਦਾ ਕੀ ਆ? ਕਈ ਤੇ ਇੱਥੋਂ ਤੱਕ ਮੈਂ ਸੁਣਿਆ ਕਹਿੰਦੇ ਤੌਬਾ ਹੀ ਸਾਈਡ ਤੇ ਰੱਖਣੀ, ਪਹਿਲਾਂ ਤੈਨੂੰ ਸੁਧਾਰ ਦੇਣਾ। ਇਹ ਕਿਸ ਤਰ੍ਹਾਂ ਦਾ ਹੋਇਆ? ਉਹੀ ਤੇ ਇੱਕ ਪ੍ਰੀਖਿਆ ਵਾ, ਉੱਥੇ ਤੇ ਇੱਕ ਪਰਖਿਆ। ਜਦੋਂ ਤੰਗੀ ਤਕਲੀਫ ਹੁੰਦੀ ਉਦੋਂ ਤੇ ਪ੍ਰਭੂ ਸਾਨੂੰ ਪਰਖਦਾ ਹੈ। ਉਦੋਂ ਤੇ ਆਤਮਾ ਨੂੰ ਅਸੀਂ ਪਹਿਲ ਦੇਣੀ ਆ। ਉਦੋਂ ਤੇ ਪਰਮੇਸ਼ਵਰ ਦੇ ਆਤਮਾ ਦੇ ਹੱਥ ਵਿੱਚ ਆਪਣੇ ਆਪ ਨੂੰ ਸੌਂਪਣਾ ਆ ਔਰ ਪਰਮੇਸ਼ਵਰ ਦੇ ਦੀਨ ਹੋਣਾ ਆ। ਮੈਨੂੰ ਤੇ ਗੁੱਸਾ ਬਹੁਤ ਆਊ। ਅੱਛਾ ਸੁਬਾਹ ਮੈਨੂੰ ਵੀ ਬਹੁਤ ਗੁੱਸਾ ਆ ਗਿਆ ਔਰ ਮੈਂ ਥੋੜਾ ਜਿਹਾ ਸ਼ਾਂਤੀ ਨਾਲ ਬੈਠ ਗਿਆ। ਉਹਦੇ ਉੱਤੇ ਕੰਟਰੋਲ ਕਰਨਾ ਕਦੀ ਕਦੀ ਨਹੀਂ ਹੁੰਦਾ, ਅਸੀਂ ਮਨੁੱਖ ਠੀਕ ਹੈ, ਪਰ ਕਦੀ ਕਦੀ ਉਹ ਗੱਲਾਂ ਐਵੇਂ ਬਾਰ-ਬਾਰ ਹੋਈ ਜਾਣ। ਕਈ ਵਾਰ ਸ਼ੈਤਾਨ ਅੰਤ ਤੱਕ ਬਣਿਆ ਰਹਿੰਦਾ ਤੇ ਕਿੱਥੋਂ ਤੱਕ ਯਿਸੂ ਮਸੀਹ ਨੂੰ ਕਿੱਥੋਂ ਤੱਕ ਤਾੜਿਆ। ਯਿਸੂ ਜਦੋਂ ਜਾਂਦੇ ਸੀ ਪ੍ਰਚਾਰ ਕਰਦੇ ਸੀ, ਉਦੋਂ ਕਈ ਫੜਦੇ ਸੀ, ਕਈ ਉਹਦੇ ਉੱਤੇ ਸਵਾਲ ਟੇਢੇ ਪੁੱਠੇ ਕਰਕੇ ਉਹਨੂੰ ਕਰਨਾ ਚਾਹੁੰਦੇ ਸੀ। ਯਿਸੂ ਮਸੀਹ ਕਦੇ ਵੀ ਫੇਲ ਨਹੀਂ ਹੋਇਆ।
ਯਿਸੂ ਮਸੀਹ ਫੇਲ ਨਹੀਂ ਹੋਇਆ। ਯਿਸੂ ਮਸੀਹ ਆਤਮਾ ਨਾਲ ਭਰਿਆ ਰਹਿੰਦਾ ਸੀ। ਯਿਸੂ ਮਸੀਹ ਉਹਨਾਂ ਗੱਲਾਂ ਨੂੰ ਜਾਣਦਾ। ਵੇਖੋ ਬਾਈਬਲ ਦੇ ਵਿੱਚ ਤੇ ਲਿਖਿਆ ਕਹਿੰਦਾ ਜੇ ਉਸ ਯੁੱਗ ਦੇ ਹਾਕਮ ਜਾਣ ਲੈਂਦੇ ਕਿ ਯਿਸੂ ਪ੍ਰਭੂ ਆ ਤੇ ਉਹ ਕਦੀ ਵੀ ਤੇਜਵਾਨ ਪ੍ਰਭੂ ਨੂੰ ਸੂਲੀ ਦੇ ਉੱਤੇ ਉਹਨੂੰ ਨਹੀਂ ਸੀ ਚਾੜਦਾ ਉਹਨਾਂ, ਪਰ ਉਹਨਾਂ ਦੀਆਂ ਅੱਖਾਂ ਉਦੋਂ ਬੰਦੀਆਂ ਸੀ। ਪਰ ਪ੍ਰਭੂ ਨੇ ਸਾਡੀਆਂ ਅੱਖਾਂ ਵਚਨ ਦੇ ਦੁਆਰਾ ਖੋਲ ਦਿੱਤੀਆਂ। ਹੁਣ ਜਦੋਂ ਵਚਨ ਦੇ ਦੁਆਰਾ ਅੱਖਾਂ ਖੁੱਲੀਆਂ ਵਾ ਤੇ ਸਾਨੂੰ ਅੱਖਾਂ ਖੁੱਲੀਆਂ ਦੇ ਦੁਆਰਾ ਇਸ ਗੱਲ ਨੂੰ ਮਹਿਸੂਸ ਕਰ ਲੈਣਾ ਚਾਹੀਦਾ ਵਾ ਕਿ ਮੈਂ ਫਤਿਹ ਪਾਉਣੀ ਹੈ, ਮੈਂ ਜਿੱਤ ਪਾਉਣੀ ਹੈ। ਬੋਲੋ ਸਾਰੇ ਹਾਲੇਲੂਇਆ। ਤੁਸੀਂ ਕਿਸੇ ਦਾ ਉੱਤਰ ਦੇਣ ਤੋਂ ਪਹਿਲਾਂ 10 ਮਿੰਟ ਚੁੱਪ ਕਰ ਜਾਓਗੇ ਨਾ, ਤੁਸੀਂ ਫਤਿਹ ਪਾ ਲਓਗੇ। ਉਹ 5 ਮਿੰਟ ਹੀ ਹੁੰਦੇ ਸ਼ੈਤਾਨ ਦੇ। 5 ਮਿੰਟ ਉਹ ਸ਼ੈਤਾਨ ਆਪਣਾ ਕੰਮ ਕਰ ਰਿਹਾ ਹੁੰਦਾ। ਪ੍ਰਭੂ ਦੇ ਲੋਗੋ, ਜਿੱਥੇ ਖੁਦਾ ਦੀ ਆਤਮਾ ਦੀ ਭਰਪੂਰੀ ਹੋਏਗੀ ਉੱਥੇ ਕੋਈ ਤੰਤਰ ਕੁਛ ਨਹੀਂ ਹੋਏਗਾ। ਮੈਂ 100% ਜਿੰਨੀ ਵਾਰੀ ਬਚਾ ਕੇ ਇੱਕ ਗੱਲ ਮੈਂ ਮਹਿਸੂਸ ਕੀਤਾ ਖੁਦਾ ਦੇ ਕੇ, ਪ੍ਰਭੂ ਤੇਰਾ ਆਤਮਾ ਕੰਮ ਕਰਦਾ ਪਿਆ ਹੈ, ਕਿਉਂਕਿ ਮੈਨੂੰ ਟੋਕਾ ਟਕਾਈ ਦੀ ਬਹੁਤ ਲੋੜ ਨਹੀਂ ਪੈਂਦੀ ਹੈ। ਮੈਂ ਪਰਮੇਸ਼ਰ ਔਰ ਦੁਆ ਕਰਦਾ ਉਸ ਵੇਲੇ ਕਿ ਖੁਦਾ ਦਾ ਤੇਰਾ ਆਤਮਾ ਜ਼ਰੂਰ ਕੰਮ ਕਰੇ ਇਹਨਾਂ ਦੇ ਜੀਵਨ ਵਿੱਚ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਲੋਗੋ, ਖੁਦਾ ਦੇ ਆਤਮਾ ਨੂੰ ਕੰਮ ਕਰਨ ਦਿਓ। ਬਾਈਬਲ ਦੱਸਦੀ ਹੈ ਜਿਹੜਾ ਅੱਛਾ ਫਲ ਨਹੀਂ ਦਿੰਦਾ ਉਹ ਕਿੱਥੇ ਸੁੱਟਿਆ ਜਾਊਗਾ? ਅੱਗ ਕੀ ਕਰਦੀ ਹੈ? ਨਾਸ਼ ਵੀ ਕਰਦੀ ਹੈ। ਜਿਹੜੀ ਬਾਈਬਲ ਦੀ ਗੱਲ ਅਟਰਨਲ ਆਗਿਆ ਉਹ ਕੀ ਕਰਦੀ ਆ? ਇੱਕ ਯਸ਼ਾਇਆ ਦੀ ਕਿਤਾਬ ਸਿਰਫ ਪੜਾਂਗੇ 66 ਦੀ 24 ਵਚਨ, 66 ਦੀ 24। ਇੱਥੇ ਕਿਹੜੀ ਆਗਿਆ ਦੇਖੀ ਧਿਆਨ ਨਾਲ ਜਰਾ। 66 ਯਸ਼ਾਇਆ ਉਹਦੀ 15 ਵਚਨ ਪੜੀਏ। ਵੇਖੋ ਤਾਂ ਯਹੋਵਾ ਅੱਗ ਨਾਲ ਆਵੇਗਾ, ਯਹੋਵਾ ਅੱਗ ਨਾਲ ਆਵੇਗਾ ਅਤੇ ਉਹਦੇ ਰੱਥ ਬਾਹ ਰੋਲੇ ਵਾਂਗ, ਉਹਦੇ ਰੱਥ ਜਿਹੜੇ ਬਾਗ ਰੋਲੇ ਵਾਂਗ, ਭਈ ਉਹ ਆਪਣਾ ਕ੍ਰੋਧ ਤੇਜ਼ੀ ਨਾਲ ਅਤੇ ਆਪਣੀ ਤਾੜ ਅੱਗ ਦੀ ਲਾਟ ਵਾਂਗ ਨਾਲ ਪਾਵੇ। ਇਹ ਕੀ ਅੱਗ ਦੱਸਣ ਰਹੀ ਆ? ਇਹ ਧਿਆਨ ਦੇਈਏ, ਥੋੜਾ ਜਿਹਾ ਸਮਝਣਾ ਵਚਨ ਨੂੰ। ਸੁਣੋ, ਮੈਂ ਤੁਹਾਨੂੰ ਸਮਝਾਉਣ ਵਾਸਤੇ ਇੱਕ ਗੱਲ ਕਹਿਣ ਲੱਗਾ। ਬੇਟਾ ਤੂੰ ਆ, ਤੂੰ ਮੈਨੂੰ ਬਾਬਾ ਲੱਗਦਾ ਸ਼ਰੀਫ ਜਿਹਾ ਬੰਦਾ, ਤੂੰ ਮੇਰਾ ਗੁੱਸਾ ਵੀ ਨਹੀਂ ਕਰਨਾ ਹੁਣ। ਇਹ ਆ ਭਾਂਡੇ ਝੂਠੇ, ਸੁਣੀਏ ਧਿਆਨ ਨਾਲ। ਇਹ ਆ, ਬੋਲੋ ਸਾਰੇ, ਮੈਂ ਇਹਨੂੰ ਕਹਿਣਾ ਵਾ ਝੂਠੇ ਭਾਂਡੇ ਸਾਫ਼ ਕਰ, ਝੂਠੇ ਭਾਂਡੇ ਸਾਫ਼ ਕਰ। ਤੁਹਾਨੂੰ ਕੀ ਸੁਣ ਲਿਆ ਵੀ ਮੈਂ ਇਹਨੂੰ ਕਹਿਣ ਡਿਆ ਝੂਠੇ ਭਾਂਡੇ ਸਾਫ਼ ਕਰ? ਦੋ ਗੱਲਾਂ ਆ ਗਈਆਂ। ਅਸਲ ਚੀਜ਼ ਨੂੰ ਲੈਣਾ ਆ, ਅਸਲ ਚੀਜ਼ ਨੂੰ। ਮੈਂ ਕਿਹਾ ਵੀ ਇਹ ਝੂਠੇ ਭਾਂਡੇ, ਪਰ ਤੁਸੀਂ ਇਤਨਾ ਵੀ ਸੋਚ ਸਕਦੇ ਜੇ ਝੂਠੇ ਭਾਂਡੇ ਸਾਫ਼ ਕਰ। ਸਮਝ ਲੱਗੀ? ਬਸ ਇਤਨਾ ਹੀ ਤੋੜਿਆ ਮਰੋੜਿਆ ਜੇ ਕਈਆਂ ਨੇ ਕਲਾਮ ਨੂੰ। ਫਰਕ ਇੰਨਾ ਕੀ ਆ, ਐ ਤਾਂ ਹੋਈ ਆ। ਬਹਿ ਜਾਓ। ਜਿਹੜੀ ਸਹੀ ਚੀਜ਼ ਉਹ ਦੱਸ ਰਹੀ ਆ ਉਹਦੇ ਉੱਤੇ ਆਪਾਂ ਧਿਆਨ ਹੀ ਨਹੀਂ ਦਿੰਦੇ। ਕਹਿੰਦਾ ਕਿ ਜਦੋਂ ਖੁਦਾ ਆਏਗਾ, ਕਦ ਨਾ ਆਏਗਾ? ਪਤਰਸ ਵੀ ਲਿਖਿਆ ਜਾਏਗਾ ਭੜਕਦੀ ਅੱਗ ਦੇ ਨਾਲ ਪਰਮੇਸ਼ਰ ਯਿਸੂ ਮਸੀਹ। ਇਹ ਅੱਗ ਦਾ ਮਤਲਬ ਕੀ ਹੈ? ਜਿੰਨੇ ਉਹਦੇ ਅੱਗੇ ਵਿਰੋਧੀ ਨੇ ਉਹ ਮੈਂ ਤੁਹਾਨੂੰ ਦੱਸਦਾ ਨਹੀਂ, ਉਹਦੀ ਅੱਗ ਜਿਹੜੀ ਆ ਉਹਨਾਂ ਦੇ ਉੱਤੇ ਪਏਗੀ। ਖੁਦਾ ਦਾ ਵਚਨ ਦੱਸਦਾ ਹੈ, ਇੱਕ 24 ਵਚਨ ਵੀ ਪੜੀਏ ਭਲਾ, ਇਹਦਾ 24 ਵਚਨ। ਉਹ ਬਾਹਰ ਜਾ ਕੇ ਉਹਨਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ ਜੋ ਮੇਰੇ ਅਪਰਾਧੀ ਹੋਏ, ਜਿਹੜੇ ਅਪਰਾਧੀ ਹੋਏ, ਕਿਉਂ ਜੋ ਨਾ ਉਹਨਾਂ ਦਾ ਕੀੜਾ ਮਰੇਗਾ, ਉਹਨਾਂ ਦਾ ਕੀੜਾ ਨਹੀਂ ਮਰੇਗਾ, ਨਾ ਉਹਨਾਂ ਦੀ ਅੱਗ ਬੁਝੇਗੀ। ਨਾ ਹੀ ਅੱਗ ਜਿਹੜੀ ਅਟਰਨਲ ਅੱਗ, ਇਹ ਇਹਨੂੰ ਕਹਿੰਦੇ ਨਾ ਬੁਝਣ ਵਾਲੀ ਅਟਰਨਲ ਅੱਗ, ਹਮੇਸ਼ਗੀ ਦੀ ਅੱਗ। ਉੱਥੇ ਨਾ ਕੀੜਾ ਸੜਨਾ ਵਾ, ਆ ਦੂਜਾ ਜਿਹੜਾ ਦੁਨਿਆਵੀ ਕੀੜਾ, ਉਹ ਅੱਗ ਉਸ ਕੰਮ ਲਈ ਆ। ਬਾਈਬਲ ਦੱਸਦੀ ਕਿਤੇ ਵੀ ਇਸ ਤਰ੍ਹਾਂ ਦਾ ਖੁਦਾ ਦੇ ਵਚਨ ਚੋਂ ਮੈਂ ਨਹੀਂ ਪੜਿਆ। ਅੱਗ ਦੇ ਬਹੁਤ ਸਾਰੇ ਖੁਦਾ ਦੇ ਵਚਨ ਦੇ ਵਿੱਚ ਬਹੁਤ ਗੱਲਾਂ ਨੇ, ਪਰ ਕਿਤੇ ਨਹੀਂ ਲਿਖਿਆ ਕਿ ਤੁਸੀਂ ਅੱਗ ਕਰੀ ਜਾਓਗੇ। ਤੁਹਾਨੂੰ ਯਿਸੂ ਦੇ ਨਾਮ ਦੀ ਜ਼ਰੂਰਤ ਹੈ, ਯਿਸੂ ਦੇ ਨਾਮ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ। ਬੋਲੀਏ ਸਾਰੇ ਹਾਲੇਲੂਇਆ, ਹਾਲੇਲੂਇਆ। ਬਾਈਬਲ ਦੇ ਵਿੱਚ ਅੰਤ ਦੇ ਸਮੇਂ 'ਚ ਇਹ ਗੱਲਾਂ ਜਿਹੜੀਆਂ ਇਹ ਅੰਤ ਦੇ ਵਾਸਤੇ ਭਵਿੱਖਬਾਣੀ ਯਸ਼ਾਇਆ 'ਚ ਪਹਿਲਾਂ ਕੀਤੀ ਗਈ ਆ। ਔਰ ਪ੍ਰਭੂ ਦਾ ਕਲਾਮ ਦੱਸਦਾ ਆ
ਵੇਖੋ ਯਹੋਵਾ ਅੱਗ ਨਾਲ ਆਵੇਗਾ ਤੇ ਰੱਥ ਜਿਹੜੇ ਵਾਰ ਰੋਲੇ ਹਵਾ ਦੇ ਵਿੱਚ ਹੋਣਗੇ, ਉਹ ਆਪਣਾ ਤੇਜ਼ੀ ਦੇ ਨਾਲ ਤਾਂ ਆਪਣੀ ਤਾੜ ਦੀ ਅੱਗ, ਤਾੜਨ ਵਾਲੀ ਅੱਗ, ਅੱਗ ਜਿਹੜੀ ਦੱਸਦੀ ਆ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਅੱਗ ਜਦੋਂ ਪ੍ਰੀਖਿਆ ਹੁੰਦੀ ਬੰਦੇ ਤੇ ਉਹਨੂੰ ਵੀ ਅੱਗ ਕਹਿੰਦੇ ਆ। ਕਿਹੜੀ? ਜਦੋਂ ਪ੍ਰੀਖਿਆ ਹੁੰਦੀ ਆ, ਪਤਾ ਤੁਹਾਨੂੰ? ਇਹ ਤੁਹਾਨੂੰ ਪਤਰਸ ਦੇ ਖੱਤ ਦੇ ਵਿੱਚ ਮਿਲੂਗੀ, ਤੁਸੀਂ ਉਹ ਰੈਫਰੈਂਸ ਲੈ ਲਓ। ਤੇ ਬਾਈਬਲ ਦੇ ਵਿੱਚ ਉੱਥੇ ਉਹਨਾਂ ਲੋਕਾਂ ਨੂੰ ਕਹਿੰਦੀ ਆ ਜਿਨ੍ਹਾਂ ਦੇ ਉੱਤੇ ਜਦੋਂ ਦੁੱਖ ਮੁਸੀਬਤਾਂ ਆਉਂਦੇ ਆ, ਤੇ ਉਹਨਾਂ ਨੂੰ ਪਤਰਸ ਦੱਸ ਰਿਹਾ ਵਾ ਕਿ ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਨਹੀਂ ਲੱਗਾ ਵਾ, ਉਹ ਸਿਰਫ ਪ੍ਰਤਾਵਾ ਹੁੰਦਾ ਉਸ ਵੇਲੇ। ਪੜੋ 4:12 ਪਹਿਲਾ ਪਤਰਸ। हे ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਤੇ ਪਿਆ ਹੋਇਆ ਹੈ। ਇਹ ਲਾਂਬੂ ਕਿਹੜਾ ਹੈ? ਅੱਗ ਦਾ ਨਹੀਂ ਆ, ਸੁਣੀਏ, ਪ੍ਰੀਖਿਆ ਦਾ ਲਾਂਬੂ, ਪ੍ਰੀਖਿਆ ਦਾ ਲਾਂਬੂ ਜਿਹੜਾ ਪਰਖਣ ਵਾਸਤੇ ਹੁੰਦਾ ਆ। ਕਹਿੰਦਾ ਇਹਨੂੰ ਕੋਈ ਚਰਚ ਨਾ ਮੰਨੋ, ਭਈ ਜੇਕਰ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬੀਤਦੀ ਹੈ, ਸਗੋਂ ਜਿੰਨੇ ਕੋ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ, ਜਿੰਨੇ ਤੁਸੀਂ ਯਿਸੂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋਵੋਗੇ, ਉਹਨਾਂ ਕੋ ਆਨੰਦ ਕਰੋ। ਕੀ ਕਰੋ? ਅੱਛਾ, ਇੱਕ ਯਿਸੂ ਮਸੀਹ ਦੇ ਦੁੱਖ ਹੈ ਤੇ ਇੱਕ ਸਾਡੇ ਆਪਣੇ ਕੰਮਾਂ ਦੇ ਦੁਆਰਾ ਹੁੰਦੇ ਆ ਦੁੱਖ। ਜਦੋਂ ਕੰਮਾਂ ਦੇ ਦੁਆਰਾ ਹੁੰਦੇ ਆ ਤੇ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਯਿਸੂ ਮਸੀਹ ਨੇ, ਦੇਖ ਲਓ ਆਪਾਂ ਯਿਸੂ ਮਸੀਹ ਨੂੰ ਮੰਨਦੇ ਆ ਤੇ ਤਾਂ ਕਰਕੇ ਸਾਡੇ ਤੇ ਆ ਗਏ। ਜਦੋਂ ਪ੍ਰਭੂ ਦੇ ਵਿੱਚ ਸਹੀ ਨਹੀਂ ਚੱਲਦੇ, ਉਦੋਂ ਵੀ ਸਾਨੂੰ ਦੁੱਖਾਂ ਚੋਂ ਲੰਘਣਾ ਪੈਂਦਾ ਹੈ। ਪਰ ਉਹਦੇ ਵਿੱਚ ਕੀ ਹੁੰਦਾ ਆ, ਜਦੋਂ ਖੁਦਾ ਫਿਰ ਉਹ ਭਲਾ ਪਰਮੇਸ਼ਵਰ ਆ, ਜੇ ਤੁਸੀਂ ਸੱਚਾ ਪਛਤਾਵਾ ਕਰੋ, ਅਗਰ ਚੰਗਾ ਫੈਸਲਾ ਲੈਂਦੇ ਜੇ ਪ੍ਰਭੂ ਮੈਂ ਤੇਰੇ ਵਿੱਚ ਚੱਲਣਾ ਚਾਹੁੰਦਾ ਹਾਂ, ਤੇ ਖੁਦਾ ਮਾਫ ਕਰਕੇ ਤੁਹਾਨੂੰ ਅੱਗੇ ਚਲਾਉਂਦਾ ਹੈ। ਹਾਲੇਲੂਇਆ, ਹਾਲੇਲੂਇਆ। ਫਿਰ ਬਾਈਬਲ ਦੱਸਦੀ ਹੈ 13 ਦੀ 41 42 ਮੱਤੀ ਦੀ ਇੰਜੀਲ ਦੇ ਵਿੱਚ ਲਿਖਿਆ ਆ, ਉੱਥੇ ਇਹ ਲਿਖਿਆ ਆ, ਇਹਦਾ ਮਤਲਬ ਇਹ ਹੈ ਕਿ ਸਾਰੇ ਕੁਕਰਮੀਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਤੇ ਗੰਧਕ ਨਾਲ ਭਰਦੀ। 13 ਦੀ 41 ਆਪਣੇ ਦੂਤਾਂ ਨੂੰ ਕਲੇਗਾ, ਪਰਮੇਸ਼ਵਰ ਦਾ ਪੁੱਤਰ ਆਪਣੇ ਦੂਤਾਂ ਨੂੰ ਕਲੇਗਾ ਅਤੇ ਉਸ ਦੇ ਰਾਜ ਵਿੱਚੋਂ ਸਾਰੀ ਠੋਕਰ ਖਾਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਦੇ ਪੱਕਦੇ ਪੱਠੇ ਵੀ ਸੁੱਟ ਦੇਣਗੇ। ਇਹ ਵੀ ਆ ਗਿਆ ਆਖਰੀ ਗੱਲ, ਜਦੋਂ ਸਵਰਗ ਦੂਤ ਉਤਰੇ ਆਉਣਗੇ ਔਰ ਉਹ ਕੀ ਕਰਨਗੇ? ਉਹਨਾਂ ਸਾਰਿਆਂ ਨੂੰ ਅਲੱਗ ਕਰਨਗੇ, ਜੰਗਲੀ ਬੂਟੀ ਨੂੰ ਅਲੱਗ ਕਰਨਗੇ। ਜੰਗਲੀ ਬੂਟੀ ਕੀ ਹੈ? ਜਿਹੜੀ ਆਪੇ ਹੀ ਉੱਗਦੀ ਆ। ਸੁਣੋ, ਜੰਗਲੀ ਬੂਟੀ ਉਗਾਉਣੀ ਪੈਂਦੀ ਆ? ਤੁਸੀਂ ਦੱਸੋ, ਬੋਲੀ ਆ ਬਾਹਰ ਖੇਤਾਂ ਖੁੱਤਾਂ 'ਚ ਜੰਗਲੀ ਬੂਟੀ ਬੀਜੀ ਆ, ਆਪੇ ਉੱਗੀ ਆ ਨਾ। ਕੁਝ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਵੀ ਕੀ ਕਰਦੀਆਂ ਵਾ? ਆਪੇ ਹੀ ਉੱਗਦੀਆਂ ਆ। ਪਰ ਜਿਹੜਾ ਕਲਾਮ ਆ, ਖੁਦਾ ਦਾ ਸਹੀ ਬੀਜ ਆ, ਉਹ ਬੀਜਣਾ ਪੈਂਦਾ ਆ, ਉਹ ਨਹੀਂ ਆਪੇ ਉੱਗਦਾ। ਇਹ ਨਹੀਂ ਵੀ ਉਹ ਆਪੇ ਹੀ ਉੱਗ ਜੂਗਾ। ਖੁਦਾ ਨੇ ਇੱਕ ਸਿਸਟਮ ਬਣਾਇਆ ਆ, ਖੁਦਾ ਨੇ ਸੰਗਤੀ ਦਿੱਤੀ ਇੱਕ, ਖੁਦਾ ਨੇ ਆਪਣਾ ਵਚਨ ਦਿੱਤਾ ਹੈ ਇੱਕ। ਔਰ ਬਾਈਬਲ ਦੇ ਵਿੱਚ ਇੱਥੇ 13 ਦੀ 24 ਦੇ ਵਿੱਚ ਵੀ ਤੁਸੀਂ 23-24 ਦੇ ਵਿੱਚ ਵੇਖੋਗੇ ਤਾਂ ਉੱਥੇ ਲਿਖਿਆ ਕਿ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਜਿਸ ਨੇ ਆਪਣੇ ਖੇਤ ਵਿੱਚ ਕੀ ਬੀਜਿਆ? ਚੰਗਾ ਬੀਜ। ਇਹ ਚੰਗਾ ਬੀਜ ਬੀਜਿਆ ਜਾਂਦਾ ਆ। ਤੇ ਤੁਹਾਨੂੰ ਪਤਾ ਹੈ ਸ਼ੈਤਾਨ ਵੀ ਬਹੁਤ ਤਰ੍ਹਾਂ ਨਾਲ ਭੱਜ ਰਿਹਾ ਹੈ। ਉਹ ਇੱਕ ਜੰਗਲੀ ਬੂਟੀ ਬੀਜਣ ਵੀ ਆਉਂਦਾ ਹੈ। ਕਿਸ ਤਰ੍ਹਾਂ ਦੀ ਜੰਗਲੀ ਬੂਟੀ ਹੈ? ਅੱਜ ਕੱਲ ਬੜਾ ਚੱਲਿਆ ਜੇ ਦਿਨ ਨੂੰ ਨਹੀਂ ਐਤਵਾਰ ਨਹੀਂ ਆਰਾਧਨਾ ਕਰਨੀ, ਜੇ ਤੁਸੀਂ ਗਲਤ ਕਰ ਰਹੇ ਹੋ, ਸ਼ਨੀਵਾਰ ਨੂੰ ਆਰਾਧਨਾ ਕਰੋ। ਇਹ ਕਿਹੜਾ ਬੀਜ ਹੈ? ਇਹ ਜੰਗਲੀ ਬੀਜ ਆ। ਬਾਈਬਲ 'ਚ ਤਾਂ ਇਸ ਤਰ੍ਹਾਂ ਦਾ ਕਿਤੇ ਨਹੀਂ। ਮੈਂ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਬਦ ਦੇ ਬਾਰੇ ਸਾਰੀ ਖੁਦਾ ਦੇ ਕਲਾਮ 'ਚ ਦੱਸਿਆ ਸੀ ਵੀ ਸ਼ਬਦ ਜਿਹੜਾ ਵਾ ਖੁਦਾ ਕਹਿੰਦਾ ਮੈਂ ਸ਼ਬਦ ਦਾ ਮਾਲਕ ਹਾਂ। ਜਦੋਂ ਹੈ ਐਤਵਾਰ ਪ੍ਰਭੂ ਦਾ, ਸੋਮਵਾਰ ਕਿਹਦਾ ਹੈ? ਉਹ ਵੀ ਪ੍ਰਭੂ ਦਾ। ਵੀਰਵਾਰ ਕਿਹਦਾ? ਭਾਵੇਂ ਇਹ ਵੀਰਵਾਰ ਵੀ ਕਰੀ ਹੈ ਰਾਤ ਨੂੰ। ਮੈਨੂੰ ਯਾਦ ਹੈ ਥੋੜੇ ਦਿਨ ਹੋਏ, ਨਹੀਂ ਲੋਕਡਾਊਨ ਤੋਂ ਪਹਿਲਾਂ ਦੀ ਗੱਲ, ਇੱਕ ਬੰਦਾ ਮਿਲਿਆ, ਕਹਿੰਦਾ ਜੀ ਫਲਾਣੇ ਵੀਰਵਾਰ ਕਰਦੇ ਆ ਤੇ ਬਾਬਿਆਂ ਦਾ ਪੀਰਾਂ ਦਾ। ਮੈਂ ਤੈਨੂੰ ਕਹਿੰਦਾ ਕੌਣ ਕਹਿੰਦਾ ਪੀਰਾਂ ਦਾ? ਇਹ ਵੀ ਯਿਸੂ ਮਸੀਹ ਦਾ ਦਿਨ ਹੈ। ਅਸੀਂ ਵੀਰਵਾਰ ਵੀ ਆਰਾਧਨਾ ਕਰ, ਸ਼ਨੀਵਾਰ ਵੀ ਕਰ ਸਕਦੇ ਆ, ਐਤਵਾਰ ਵੀ ਕਰ ਸਕਦੇ ਹਾਂ। ਪਰ ਜੇ ਕੋਈ ਇਹਦੀ ਡਾਕਟਰੀਨ ਬਣਾ ਕੇ ਆਖੇ ਵੀ ਨਹੀਂ ਏਦਾਂ ਨਹੀਂ ਕਰਨੀ ਹੈ, ਉਹ ਗਲਤ ਹੈ, ਉਹ ਜੰਗਲੀ ਬੀਜ ਹੈ।
ਜੇ ਕੋਈ ਯਿਸੂ ਦਾ ਨਾਮ ਛੱਡ ਕੇ ਆ ਕੇ ਫਾਇਰ ਫਾਇਰ ਫਾਇਰ, ਉਹ ਵੀ ਜੰਗਲੀ ਬੀਜ ਆ, ਉਹ ਟੇਢੇ ਪਾਸੇ ਖੜ ਰਿਹਾ। ਤੁਸੀਂ ਕਹਿ ਸਕਦੇ ਜੇ, ਪਰ ਇਹਦਾ ਇਹ ਨਹੀਂ ਮਤਲਬ ਤੁਸੀਂ ਇਹਦੀ ਤੁਸੀਂ ਇੱਕ ਪ੍ਰਾਰਥਨਾ ਬਣਾ ਲਓ, ਤੁਸੀਂ ਇਹਦੇ ਉੱਤੇ ਬਹੁਤਾ ਜ਼ੋਰ ਦੇ ਦਿਓ। ਇਹਦਾ ਮਤਲਬ ਤੁਸੀਂ ਜ਼ੋਰ ਜਿਹੜੀ ਚੀਜ਼ ਦੇ ਦਿੰਦੇ ਹੋ ਉਹਦੀ ਵਰਸ਼ਿਪ ਕਰਦੇ ਹੋ, ਤੁਸੀਂ ਅੱਗ ਦੀ ਵਰਸ਼ਿਪ ਕਰੀ ਜਾ ਰਹੇ। ਪਰਮੇਸ਼ਵਰ ਦਾ ਵਚਨ ਕੀ ਕਹਿੰਦਾ, ਜਦੋਂ ਲੋਕ ਸੋ ਰਹੇ ਸੀ, ਸੁਣੀਏ, ਸੌਂਦੇ ਕਦੋਂ ਆ? ਸੌਣਾ ਕਿਹੜੀ ਚੀਜ਼ ਆ? ਜਦੋਂ ਸਾਡੀ ਪ੍ਰਾਰਥਨਾ ਨਹੀਂ ਹੁੰਦੀ, ਉਹ ਵੀ ਸੋਣਾ ਹੈ। ਜਦੋਂ ਅਸੀਂ ਪ੍ਰਭੂ 'ਚ ਨਹੀਂ ਚੱਲਦੇ, ਉਹ ਵੀ ਸੁੱਤੇ ਹੋਏ ਦੀ ਹਾਲਤ ਨੂੰ ਦੱਸਦਾ ਬਾਈਬਲ ਦੇ ਅਨੁਸਾਰ। ਕਹਿੰਦਾ ਜਦੋਂ ਉਹ ਸੋ ਰਹੇ ਸੀ ਬੀਜ ਪਾ ਕੇ, ਤੇ ਕੀ ਹੋਇਆ? ਤਦ ਉਹਦਾ ਵੈਰੀ ਆਇਆ ਔਰ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ। ਕਿਹੜੀ ਬੂਟੀ? ਜੰਗਲੀ ਬੂਟੀ। ਕਦੋਂ ਬੀਜੀ? ਜਦੋਂ ਕਦੀ ਇਮਾਨਦਾਰ ਜਿੰਨਾ ਤੱਕ ਉਹ ਜਾਗਦਾ ਆ, ਜਿੰਨਾ ਤੱਕ ਉਹ ਸੁਚੇਤ ਆ, ਜਿੰਨਾ ਤੱਕ ਉਹ ਬਾਣੀ ਤੇ ਵਿਸ਼ਵਾਸ ਕਰਦਾ, ਜਿੰਨਾ ਤੱਕ ਉਹ ਪ੍ਰਭੂ ਵਿੱਚ ਸਹੀ ਚੱਲਦਾ, ਉਹਦੇ ਖੇਤ ਵਿੱਚ ਕੋਈ ਜੰਗਲੀ ਬੂਟੀ ਬੀਜੀ ਨਹੀਂ ਜਾ ਸਕਦੀ। ਜੰਗਲੀ ਬੂਟੀ ਉਦੋਂ ਹੀ ਹੁੰਦੀ ਆ ਜਦੋਂ ਉਹਦੇ ਅੰਦਰ ਸੁਸਤੀ ਆਉਂਦੀ ਆ, ਜਦੋਂ ਦੁਨੀਆਦਾਰੀ ਦਾ ਕੂੜਾ ਕਰਕਟ ਉਹਦੇ ਚ ਆਉਂਦਾ ਵਾ, ਜਦੋਂ ਸਭ ਸੰਸਾਰ ਦੀਆਂ ਚੀਜ਼ਾਂ ਉਹਦੇ ਵਿੱਚ ਆਉਂਦੀਆਂ ਜ਼ਿਆਦਾ, ਔਰ ਉਹ ਪ੍ਰਭੂ ਵੱਲ ਘੱਟ ਧਿਆਨ ਦਿੰਦਾ, ਔਰ ਪ੍ਰਭੂ ਵੱਲੋਂ ਸੌਂ ਜਾਂਦਾ, ਦੁਨੀਆ ਵਿੱਚ ਉੱਠਿਆ ਰਹਿੰਦਾ ਹੈ। ਔਰ ਵਚਨ ਚ ਲਿਖਿਆ ਹੈ, ਇਸ ਕਰਕੇ ਉਹਦੀ ਖੇਤ ਦੇ ਵਿੱਚ ਜੰਗਲੀ ਬੂਟੀ ਬੀਜ ਗਿਆ। ਹੁਣ ਇੱਕ ਗੱਲ ਹੋਰ ਵੀ ਹੈ, ਯਿਸੂ ਮਸੀਹ ਨੇ ਉੱਥੇ ਇੱਕ ਗੱਲ ਕਹੀ, ਚੇਲੇ ਕਹਿੰਦੇ ਆ ਪ੍ਰਭੂ ਜੀ ਜੰਗਲੀ ਬੂਟੀ ਫਿਰ ਪੁੱਟ ਦਈਏ? ਕਹਿੰਦਾ ਉਹ ਨਾ ਹੋਵੇ ਕਿ ਜੰਗਲੀ ਬੂਟੀ ਪੁੱਟਦਿਆਂ ਕਿਤੇ ਚੰਗੇ ਬੂਟੇ ਵੀ ਪੁੱਟੇ ਨਾ ਜਾਣ। ਹੁੰਦਾ ਇਸ ਤਰ੍ਹਾਂ ਹੀ ਆ, ਕਈ ਪੁੱਟਣ ਜੰਗਲੀ ਬੂਟੀ ਦੇ ਹੁੰਦੇ। ਕਈ ਵਾਰੀ ਮੈਂ ਛੋਟਾ ਹੁੰਦਾ ਸੀ ਤੇ ਸਾਡੇ ਚੁੰਡਾ ਦੇ ਵਿੱਚ ਇੱਕ ਅਸੀਂ ਵੀ ਗਾਈ ਮਾੜੀ ਚੰਗੀ ਰੱਖੀ ਸੀਗੀ, ਨਹੀਂ ਵਧੀਆ ਰੱਖੀ ਸੀ। ਹਾਲੇਲੂਇਆ। ਮੇਰੇ ਤਾਏ ਦੇ ਮੁੰਡੇ ਮੈਨੂੰ ਲੈ ਕੇ ਕਹਿੰਦੇ ਆ ਚੱਲੀਏ। ਉਹ ਝੋਨੇ ਦੇ ਵਿੱਚ ਹੁੰਦਾ ਇੱਕ ਡੀਲਾ ਜਿਹਾ ਲਿੱਦਲ ਜਿਹਾ, ਮੈਨੂੰ ਝੋਨੇ ਦੇ ਬੂਟੇ ਦਾ ਤੇ ਨਾ ਉਹਦੀ ਪਹਿਚਾਣ ਸੀ, ਮੈਂ ਨਾ ਮੈਂ ਤੇ ਥੋੜਾ ਤੁਰਿਆ ਜਾਣਾ, ਜਿਹੜਾ ਬੂਟਾ ਬੜਾ ਮੈਂ ਖਿੱਚੀ ਜਾਵਾਂ। ਜਦੋਂ ਉਹਨਾਂ ਮੇਰੇ ਦੇਖਿਆ ਨਾ ਜਿਹੜੇ ਮੈਂ ਬੂਟੇ ਕਹਿੰਦੇ ਆ ਸਾਰੇ ਤੋਂ ਦੂਸਰੇ ਪੁੱਟਦੇ, ਕਹਿੰਦੇ ਤੂੰ ਹੁਣ ਪਾ ਦੇ, ਭੱਜ ਕੇ ਚੱਲ ਜਾ ਆਪਣੇ ਘਰ, ਕਿਤੇ ਉਹ ਨਾ ਹੋਵੇ ਵੀ ਜ਼ਿਮੀਂਦਾਰ ਆਵੇ ਤਾਂ ਉਹ ਵੇਖਦੇ ਉਹਨੇ ਕਹਿਣਾ ਤੂੰ ਸਾਡੇ ਝੋਨਾ ਹੀ ਵੱਢ ਛੱਡਿਆ, ਪੁੱਟ ਛੱਡਿਆ। ਇਹ ਵੀ ਗੱਲ ਸੱਚ ਹੈ, ਪਹਿਚਾਨ ਤੋਂ ਬਗੈਰ ਪੁੱਟ ਵੀ ਨਹੀਂ ਸਕਦੇ, ਉਹਨਾਂ ਚੀਜ਼ਾਂ ਨੂੰ ਬਾਹਰ ਨਹੀਂ ਕੱਢ ਸਕਦੇ। ਬਾਈਬਲ 'ਚ ਲਿਖਿਆ ਸਵਰਗ ਦਾ ਰਾਜ ਇਸ ਤਰ੍ਹਾਂ ਦੇ ਮਨੁੱਖ ਦਾ ਵਾ, ਉਹ ਬੁਰੀਆਂ ਚੀਜ਼ਾਂ ਵਿੱਚੋਂ ਕੱਢਦਾ ਤੇ ਚੰਗੀਆਂ ਨੂੰ ਅੰਦਰ ਵੀ ਲਿਆਉਂਦਾ ਹੈ। ਉਹ ਵੀ ਸਵਰਗ ਦੇ ਰਾਜ ਨੂੰ ਦੱਸਦਾ ਹੈ। ਬੋਲੀਏ ਸਾਰੇ ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਸਤੁਤੀ। ਮੈਂ ਇੱਕ ਹੀ ਗੱਲ ਤੁਹਾਨੂੰ ਲਾਸਟ ਕਹਿਣੀ ਚਾਹੁੰਦਾ ਹਾਂ, ਉਹ ਆ ਯਿਸੂ ਮਸੀਹ ਦੇ ਨਾਮ ਦੀ ਪਾਵਰ। ਉਹ ਪਾਵਰ ਨੂੰ ਕਦੀ ਵੀ ਗਵਾਓ ਨਾ। ਉਹ ਪਾਵਰ ਤੁਹਾਡੇ ਜੀਵਨ ਹੈ, ਯਿਸੂ ਮਸੀਹ ਦਾ ਨਾਮ। ਮੈਂ ਇੱਕ ਪ੍ਰੀਚਰ ਨੂੰ ਦੇਖਿਆ ਇੱਥੇ ਅੰਮ੍ਰਿਤਸਰ ਦੇ ਵਿੱਚ ਆਏ, ਉਹਨੇ ਇੱਕ ਚੈਲੰਜ ਕੀਤਾ ਇੱਕ ਬੰਦੇ ਨੂੰ ਸੁੱਟਣ ਤੋਂ ਬਾਅਦ, ਕਹਿੰਦਾ ਕਿਹਦੀ ਦੁਆ ਚ ਦਮ ਹੈ ਵੀ ਉਹ ਆਣ ਕੇ ਤੇ ਇਹਨੂੰ ਖੜਾ ਕਰੇ। ਇੱਕ ਬੀਬੀ ਬਹੁਤ ਅੱਛੀ, ਮੈਂ ਉਹਨੂੰ ਵੀਡੀਓ ਦੀ ਵੇਖ ਕੇ ਮੈਂ ਕਿਹਾ ਇੱਕ ਬਹੁਤ ਅੱਛੀ ਭੈਣ। ਅੱਜ ਕੀ ਹੋ ਰਿਹਾ? ਸ਼ੈਤਾਨ ਕੀ ਕਰ ਰਿਹਾ? ਇਮਾਨਦਾਰ ਜਿਹੜੇ ਸਹੀ ਚੱਲਣ ਵਾਲੇ ਉਹਨਾਂ ਦੇ ਦਲਾਂ ਨੂੰ ਸ਼ਰਮਿੰਦਾ, ਜਿਸ ਤਰ੍ਹਾਂ ਇੱਥੇ ਇਸਰਾਇਲੀਆਂ ਦੇ ਦਲਾਂ ਨੂੰ ਕੀ ਕਰ ਰਿਹਾ ਸੀ? ਉਹ ਭੈਣ ਆਈ, ਉਹਨੇ ਕਿਹਾ ਯਿਸੂ ਦੇ ਨਾਮ ਵਿੱਚ ਉੱਠ ਜਾ, ਯਿਸੂ ਦੇ ਨਾਮ ਚ ਉੱਠ ਜਾ, ਪਰ ਉਹਨੂੰ ਥੋੜੀ ਜਿਹੀ ਜਾਂਚ ਨਹੀਂ ਕਰਨੀ ਕਿ ਸੁੱਟਿਆ ਤੇ ਉਹਨੇ ਆਪੇ ਹੀ ਆ, ਤੇ ਉਹਦਾ ਬੰਦਾ ਆ, ਤੇ ਉਹਨੇ ਕਿੱਥੇ ਉੱਠਣਾ? ਹਾਲੇਲੂਇਆ। ਤੂੰ ਭਾਵੇਂ ਉਹ ਤੇ ਯਿਸੂ ਦਾ ਨਾਮ ਕਹੀ ਜਾ, ਉਹ ਤੇ ਨਾਟਕ ਕਰ ਰਿਹਾ। ਉਹਨੇ ਕਹਿ ਵੀ ਦਿੱਤਾ, ਕਹਿੰਦਾ ਮੈਨੂੰ ਅੰਮ੍ਰਿਤਸਰ ਕਿਹਨੇ ਬਣਾਉਣਾ ਜੇ ਤੁਹਾਡੀ ਦੁਆ ਨਾਲ ਉੱਠ ਗਿਆ। ਇਹਦਾ ਮਤਲਬ ਯਿਸੂ ਦੇ ਨਾਮ ਦੀ ਘੱਟ ਪਾਵਰ ਆਪਣੀ ਜ਼ਿਆਦਾ ਦੱਸ ਰਹੀ ਸੀ। ਇਹੀ ਇੱਕ ਗੱਲ ਹੈ, ਖੁਦਾਵੰਦ ਦਾ ਨਾਮ ਉੱਚਾ ਹੋਣਾ ਚਾਹੀਦਾ। ਕੀ ਦੁਆ ਯਿਸੂ ਮਸੀਹ ਨੇ ਸਹੀ? ਤੇਰਾ ਨਾਮ ਪਵਿੱਤਰ ਮੰਨਿਆ ਅੱਜ ਉਹਦੇ ਨਾਮ ਦਾ ਫਿਕਰ ਨਹੀਂ ਹੈ ਲੋਕਾਂ ਨੂੰ, ਆਪਣੇ ਨਾਮ ਦਾ ਫਿਕਰ ਹੈ। ਆਪਣਾ ਨਾਮ ਉੱਚਾ ਹੋਣਾ ਚਾਹੀਦਾ। आइए अपनी आंखें बंद कर। खुदावंद का नाम सारे जीवन से, मेरे जीवन में यीशु तेरा नाम जलाल पाता है। धन्यवाद, थैंक यू जीसस, हालेलुया, हालेलुया, ग्लोरी टू गॉड, हालेलुया। प्रभु तेरा नाम